ਉਹਨਾਂ ਦੇ ਕਹਿਣ ਨਾਲ ਨਾ ਕੋਈ ਫੇਮ ਹੁੰਦੀ ਹੈ, ਨਾ ਕਿਸੇ ਦੀ ਡੀਫੇਮ ਹੁੰਦੀ ਹੈ। ਲੀਗਲ ਪਰਸਨੈਲਿਟੀਜ਼ ਹੈਗੀਆਂ ਨੇ, ਉਹ ਤਾਂ ਦੇਖ ਸਕਦੇ ਨੇ ਫੇਮ ਕਿਹਦੀ ਹੋਈ ਹੈ, ਡੀਫੇਮ ਕਿਹਦੀ ਹੁੰਦੀ ਹੈ। ਵੀ 10 ਕਰੋੜ ਰੁਪਇਆ ਲੈ ਲਿਆ ਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਨਹੀਂ ਪੱਕੀ ਕਰ ਲਈ, ਉਹ ਤਾਂ ਕੋਲੇ ਬੈਠਾ ਬੰਦਾ ਵੀ ਨਹੀਂ ਕਹਿ ਸਕਦਾ, ਉਹ ਤਾਂ ਕੋਲੇ ਵੀ ਨਹੀਂ ਸੀ, ਲੈਣਾ ਨਹੀਂ ਸੀ, ਦੇਣਾ ਨਹੀਂ ਸੀ। ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਗਏ, ਤੁਹਾਡਾ ਕੀ ਕਾਰਨ ਰਿਹਾ? ਤੁਹਾਡੇ ਉੱਤੇ ਉਹਨਾਂ ਦੇ ਵੱਲੋਂ ਤਾਂ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਕੁਝ ਰਕਮ ਦੇ ਵਾਸਤੇ, ਕੁਝ ਪੋਸਟ ਵਾਸਤੇ ਚਲੇ ਗਏ, ਲੇਕਿਨ ਕਾਰਨ ਕੀ ਰਿਹਾ? ਲੋਕਾਂ ਦੀ ਭਲਾਈ ਵਾਸਤੇ ਆਪਣਾ ਦਫ਼ਤਰ ਖੋਲਾਂਗੇ ਜੇ ਸਾਡੇ ਐਮਐਲਏ ਬਣ ਗਏ। ਨੰਬਰ 2, ਅਸੀਂ ਕੋਈ ਸਿਕਿਉਰਿਟੀ ਨਹੀਂ ਲਵਾਂਗੇ। ਨੰਬਰ 3, ਅਸੀਂ ਜਿਹੜੀਆਂ ਸਾਡੇ ਕੋਲ ਗੱਡੀਆਂ ਹੋਣਗੀਆਂ, ਅਸੀਂ ਉਹਨਾਂ 'ਤੇ ਕੋਈ ਲਾਲ ਬੱਤੀ, ਨੀਲੀ ਬੱਤੀ ਕੋਈ ਇਸ ਤਰ੍ਹਾਂ ਨਹੀਂ ਲਾਵਾਂਗੇ। ਜਿਹੜੀਆਂ ਪੋਲੀਟੀਕਲ ਪਾਰਟੀਆਂ ਇੱਕ ਦੂਜੇ 'ਤੇ ਦੋਸ਼ ਲਾਉਂਦੀਆਂ, ਪਰ ਉਹ ਦੋਸ਼ਾਂ ਦੇ ਵਿੱਚੋਂ ਸੱਚਾਈ ਕਿੰਨੀ ਕੁ ਲੋਕਾਂ ਨੂੰ ਖੁਦ ਸੁਣ ਕੇ ਪਤਾ ਲੱਗ ਜਾਂਦੀ ਹੈ, ਕਿਉਂਕਿ ਉਹ ਕੈਟੇਗਰੀ ਕੁਛ ਨਹੀਂ ਕਹਿੰਦੀਆਂ ਵੀ ਐਂ ਹੋਇਆ, ਐਂ ਹੋਇਆ, ਐਂ ਹੋਇਆ। ਭਵਨ ਦੇ ਵਿੱਚ, ਰਾਜ ਭਵਨ ਦੇ ਵਿੱਚ, ਉੱਥੇ ਇੱਕ ਛੋਟਾ ਜਿਹਾ ਤਖਤ ਪੋਸਟ ਡਾਹ ਕੇ ਸਹੁੰ ਚੁੱਕ ਲੈਂਦੇ। ਉਦੋਂ ਬਾਅਦ ਚਾਹੇ ਆਪਦੇ ਸਾਰੇ ਮੰਤਰੀਆਂ ਨੂੰ ਲੈ ਕੇ ਸਾਰੇ ਇਕੱਲੇ ਸ਼ਹੀਦ ਭਗਤ ਸਿੰਘ 'ਤੇ ਕਿਉਂ, ਸ਼ਹੀਦ ਊਧਮ ਸਿੰਘ ਦੇ ਵੀ ਜਾਂਦੇ, ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਵੀ ਜਾਂਦੇ। ਲੋਕ ਹੀ ਤੰਗ ਨੇ ਵੀ ਕਰਪਸ਼ਨ ਠੀਕ ਹੈ ਜੀ, ਇਹਨਾਂ ਨੇ ਅਫਸਰਾਂ ਨੂੰ ਡਰਾਇਆ, ਪਰ ਕਰਪਸ਼ਨ ਉਦੋਂ ਵੱਧ ਗਈ ਜਾਂਦੇ ਅੰਦਰ ਖਾਤੇ। ਮੁੱਖ ਮੰਤਰੀ ਤਾਂ ਪੰਜਾਬ ਦੇ ਲੋਕਾਂ ਨੇ ਪੰਜਾਬ ਦਾ ਭਲੇ ਵਾਸਤੇ ਬਣਾਇਆ ਨਾ। ਇਹ ਤਾਂ ਨਹੀਂ ਹੈ ਵੀ ਤੁਸੀਂ ਗੁਜਰਾਤ ਚਲੋ ਇੱਕ ਵਾਰੀ ਵਗ ਜਾਓ, 2 ਵਾਰੀ ਵਗ ਜਾਓ, ਹਿਮਾਚਲ 'ਚ ਇੱਕ ਵਾਰੀ ਵਗ ਜਾਓ, 2 ਵਾਰੀ ਵਗ ਜਾਓ, ਉਹਨਾਂ ਤਾਂ ਸਾਰੀ ਉੱਥੇ ਇਕੱਠੇ ਕੀਤੇ ਹੋਏ ਨੇ ਐਮਐਲਏ, ਕੈਬਨਿਟ, ਸਾਰਾ ਕੁਛ। ਫਿਰ ਉਹਨੂੰ ਕਰੋੜਾਂ ਰੁਪਏ ਰੋਜ਼ ਦਾ, ਤਕਰੀਬਨ 2 ਕਰੋੜ ਰੁਪਇਆ ਐਡਵਰਟਾਈਜ਼ਮੈਂਟ 'ਤੇ ਲਾ ਰਹੇ ਨੇ। ਇਹਨਾਂ ਦੇ ਤੰਜ ਕੱਸਦੇ ਹੁੰਦੇ ਸੀ ਭਗਵੰਤ ਮਾਨ ਜੀ ਆਪ, ਵੀ ਹਰੇਕ ਵਾਸਤੇ ਹਰੇਕ ਥਾਂ 'ਤੇ ਚੰਨੀ ਸਾਹਿਬ ਵੇਲੇ ਤੁਸੀਂ ਪੋਸਟਰ ਲਵਾਤੇ ਜੀ, ਤੁਸੀਂ ਫਲੈਕਸਾਂ ਲਵਾਤੀਆਂ ਜੀ, ਅਤੇ ਆਪ ਵੀ ਤਾਂ ਉਦੋਂ ਵੱਧ ਲਵਾਈਆਂ ਹੋਈਆਂ। ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ, ਮੈਂ ਹਾਂ ਅਨੂਜਾ ਸ਼ਰਮਾ। ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਖਿਲਾਫ ਇੱਕ ਡੈਫਾਮੇਸ਼ਨ ਦਾ ਕੇਸ ਪਾਇਆ ਗਿਆ, ਔਰ ਉਹ ਪਾਇਆ ਗਿਆ ਸਰਦਾਰ ਨਾਜ਼ਰ ਸਿੰਘ ਮਾਨਸ਼ਾਹੀਆ ਦੇ ਵੱਲੋਂ। ਉਹਨਾਂ ਦੇ ਵੱਲੋਂ ਇਹ ਕੇਸ ਪਾਇਆ ਗਿਆ ਜਿਸ ਵਕਤ ਆਮ ਆਦਮੀ ਪਾਰਟੀ ਛੱਡ ਕੇ ਜਾ ਰਹੇ ਸੀਗੇ, ਤੇ ਉਸ ਵੇਲੇ ਮੁੱਖ ਮੰਤਰੀ ਸਾਹਿਬ ਨੇ ਸਟੇਟਮੈਂਟ ਦਿੱਤੀ ਸੀਗੀ ਕਿ ਕੁਝ ਪੈਸਿਆਂ ਦੇ ਵਾਸਤੇ ਤੇ ਅਹੁਦਿਆਂ ਦੇ ਵਾਸਤੇ ਜਿਹੜਾ ਆ ਆਮ ਆਦਮੀ ਪਾਰਟੀ ਛੱਡ ਕੇ ਜਾ ਰਹੇ ਨੇ। ਇਸ ਵਕਤ ਸਾਡੇ ਨਾਲ ਨਾਜ਼ਰ ਸਿੰਘ ਮਾਨਸ਼ਾਹੀਆ ਸਾਹਿਬ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮਾਨਸ਼ਾਹੀਆ, ਸਤਿ ਸ਼੍ਰੀ ਅਕਾਲ ਜੀ। ਮਾਨਸ਼ਾਹੀਆ ਸਾਹਿਬ, ਜਿਸ ਵਕਤ ਅਸੀਂ ਇਹ ਸਾਰੇ ਮੁੱਦੇ ਦੀ ਗੱਲ ਕਰਦੇ ਹਾਂ, ਭਗਵੰਤ ਮਾਨ ਸਾਹਿਬ ਪੇਸ਼ ਵੀ ਹੁੰਦੇ ਨੇ, ਹੁਣੇ ਪੇਸ਼ੀ ਹੁੰਦੀ ਹੈ, ਲੇਕਿਨ ਆਪਣੇ ਜਿਹੜੀ ਸਟੇਟਮੈਂਟਸ ਨੇ ਉਹਨਾਂ ਦੇ ਉੱਤੇ ਹੀ ਰਹਿੰਦੇ ਨੇ, ਲੇਕਿਨ ਨਾਲ ਦੇ ਨਾਲ ਇਹ ਵੀ ਕਹਿ ਕੇ ਜਾਂਦੇ ਨੇ, ਕਹਿੰਦੇ ਜਿਹੜੇ ਇਨਸਾਨ ਦਾ ਫੇਮ ਹੀ ਨਹੀਂ, ਉਹ ਡੀਫੇਮ ਕਿੱਥੋਂ ਹੋਏਗਾ? ਦੇਖੋ ਬੀਬਾ, ਇਹ ਹੈ ਗੱਲ ਤਾਂ ਵੀ ਫੇਮ ਜਾਂ ਡੀਫੇਮ ਹੋਣਾ, ਠੀਕ ਹੈ, ਇਹ ਕੋਈ ਇੰਡੀਵਿਜੂਅਲ ਤੈਅ ਨਹੀਂ ਕਰਦਾ ਕਿਸੇ ਬਾਰੇ। ਉਹ ਤਾਂ ਜੇ ਆਪਾਂ ਕਹੀਏ ਵੀ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਜਾਂ ਅਖਬਾਰਾਂ ਜਾਂ ਕੋਈ ਹੋਰ ਹੈ, ਹੋਰ ਲੀਡਰ ਬੁਰਾ ਭਲਾ ਕਹਿੰਦੇ ਨੇ, ਫਿਰ ਆਪਾਂ ਕਹਿ ਦਈਏ ਵੀ ਉਹ ਡੀਫੇਮ ਹੋ ਗਏ। ਇਸ ਚੀਜ਼ ਨੂੰ ਸੋਚਣਾ ਚਾਹੀਦਾ। ਗੱਲ ਤਾਂ ਇਹ ਹੁੰਦਾ ਹੈ ਵੀ ਜਿਹੜਾ ਸਾਡਾ ਕੋਈ ਮਿਸ਼ਨ ਹੁੰਦਾ ਹੈ, ਮਿਸ਼ਨ ਤੋਂ ਅਸੀਂ ਕਿੰਨਾ ਕੁ ਥੜਕਦੇ ਹਾਂ, ਠੀਕ ਹੈ। ਡੀਫੇਮ ਉਹਦੇ ਵਿੱਚ ਵੀ ਇਹ ਨਹੀਂ ਹੁੰਦਾ ਵੀ ਤੁਸੀਂ ਸਾਰੇ ਫੇਮ ਹੋ ਗਏ ਜਾਂ ਸਾਰੇ ਡੀਫੇਮ ਹੋ ਗਏ, ਇਹ ਮਿਕਸਚਰ ਹੈ, ਠੀਕ ਹੈ। ਇੱਕ ਸਕੇਲ ਹੈ ਜਿਹਦੇ ਵਿੱਚ ਤੁਹਾਨੂੰ ਲੋਕ ਅਵੈਲੂਏਟ ਕਰਦੇ ਨੇ, ਤੁਸੀਂ ਕਿੰਨਾ ਕੁ ਕਿਸੇ ਚੀਜ਼ ਦੇ ਨੇੜੇ ਹੋ। ਮੰਨ ਲਓ ਆਪਾਂ ਫੈਕਟਰ ਲਾਈਏ ਵੀ ਓਨੈਸਟੀ ਹੈ, 100% ਕਿਸੇ ਨੂੰ ਇਹ ਕਹਿਣਾ ਓਨੈਸਟ ਹੈ, ਉਹ ਵੀ ਕੋਈ ਅਵੈਲੂਏਟ ਨਹੀਂ ਕਰ ਸਕਦਾ, ਪਰ ਇੱਕ ਰੈਫਰੈਂਸ ਲੈਵਲ ਹੁੰਦਾ ਇੱਕ ਦੂਜੇ ਦੇ ਨਾਲ। ਉਹਨਾਂ ਦੇ ਕਹਿਣ ਨਾਲ ਨਾ ਕੋਈ ਫੇਮ ਹੁੰਦੀ ਹੈ, ਨਾ ਕਿਸੇ ਦੀ ਡੀਫੇਮ ਹੁੰਦੀ ਹੈ। ਇਸ ਕਰਕੇ ਉਹਨਾਂ ਉੱਥੇ ਗਏ ਤਾਂ ਸੀਗੇ ਉਹ 20 ਤਰੀਕ ਨੂੰ ਆਪਦੀ ਪੇਸ਼ੀ ਭੁਗਤਣ, ਕਿਉਂਕਿ ਜਿਹੜਾ ਕੇਸ ਉਹਨਾਂ 'ਤੇ ਡੈਫਾਮੇਸ਼ਨ ਦਾ ਮੇਰੇ ਵੱਲੋਂ ਫਾਈਲ ਕੀਤਾ ਗਿਆ ਸੀ ਮਾਨਯੋਗ ਅਦਾਲਤ ਦੇ ਵਿੱਚ, ਉਹਦੇ ਵਿੱਚ ਅਦਾਲਤ ਨੇ ਉਹਨਾਂ ਨੂੰ ਸਮਨ ਇਸ਼ੂ ਕੀਤੇ ਨੇ। ਸਮਨ ਦੇ ਵਿੱਚ ਜੋ ਕੁਛ ਲਿਖਿਆ ਹੈ ਉਹ ਪੜ੍ਹ ਲੈਣ। ਜਿਹੜੇ ਲੀਗਲ ਪਰਸਨੈਲਿਟੀਜ਼ ਹੈਗੀਆਂ ਨੇ ਉਹ ਤਾਂ ਦੇਖ ਸਕਦੇ ਨੇ ਫੇਮ ਕਿਹਦੀ ਹੋਈ ਹੈ, ਡੀਫੇਮ ਕਿਹਦੀ ਹੁੰਦੀ ਹੈ। ਨੰਬਰ 2 'ਤੇ ਉਹਨਾਂ ਨੇ ਇੱਕ ਦੇਖੋ, ਜੇ ਮੈਂ ਉਹਨਾਂ ਦੀ ਪਾਰਟੀ 'ਚ ਕੰਮ ਕਰਦਾ ਸੀ, ਇਹ ਕਹਿ ਸਕਦੇ ਨੇ, ਜੇ ਮੈਂ ਉਹਨਾਂ ਨਾਲ ਕੋਈ ਪਾਰਟੀ ਛੱਡੀ ਆ ਜਾਂ ਕੋਈ ਹੋਰ ਹੈ, ਹਰੇਕ ਨੂੰ ਦੁੱਖ ਹੁੰਦਾ ਵੀ ਉਹ ਨਾ ਗੁਦਾਰੀ ਕਰ ਗਏ ਜੀ, ਉਹ ਬੇਈਮਾਨੀ ਕਰ ਗਏ ਜੀ, ਇਹ ਕਰ ਗਏ, ਪਰ ਕੈਟੇਗਰੀ ਕਿਸੇ ਨੂੰ ਇਹ ਕਹਿਣਾ ਵੀ 10 ਕਰੋੜ ਰੁਪਇਆ ਲੈ ਲਿਆ ਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਨਹੀਂ ਪੱਕੀ ਕਰ ਲਈ, ਉਹ ਤਾਂ ਕੋਲੇ ਬੈਠਾ ਬੰਦਾ ਵੀ ਨਹੀਂ ਕਹਿ ਸਕਦਾ, ਉਹ ਤਾਂ ਕੋਲੇ ਵੀ ਨਹੀਂ ਸੀ, ਲੈਣਾ ਨਹੀਂ ਸੀ, ਦੇਣਾ ਨਹੀਂ ਸੀ। ਅਤੇ ਉਹਨਾਂ ਨੇ ਆਪਦੇ ਵੱਲੋਂ ਕਿੱਥੋਂ ਇਹ ਰਕਮ ਲਿਆਂਦੀ ਵੀ 10 ਕਰੋੜ ਰੁਪਇਆ। ਅਤੇ ਜਾਂ ਫਿਰ ਉਸ ਵੇਲੇ ਜੇ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਤਾਂ ਜੋ ਮੀਡੀਆ ਵਿੱਚ ਕਵਰੇਜ ਹੋਈ, ਉਹ ਕਵਰੇਜ ਦੇ ਵਿੱਚ ਜਿਹੜੇ ਬੰਦੇ ਵੀ ਇਨਵੋਲਵ ਸੀਗੇ
ਤਾਂ ਉਹ ਜਿਹੜੇ ਬੰਦਾ ਕੋਈ ਵਿੱਚ ਇਨਵੋਲਵ ਹੁੰਦਾ, ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੈਨੂੰ ਕਾਂਗਰਸ ਦੇ ਸ਼ਾਮਲ ਕਰਾਇਆ, ਆਪਣੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ, ਉਦੋਂ ਉਹਨਾਂ ਦੇ ਥਰੂ ਮੈਂ ਹੋਇਆ ਸੀਗਾ। ਜਾਂ ਤਾਂ ਉਹਨਾਂ ਤੋਂ ਦੋ ਤੋਂ ਪੁੱਛ ਲੈਂਦੇ ਵੀ ਕੋਈ 10 ਕਰੋੜ ਰੁਪਈਆ ਵੀ ਦਿੱਤਾ ਤੁਸੀਂ, ਠੀਕ ਹੈ, ਉਹ ਦੱਸਦੇ, ਉਹਨਾਂ ਦੀ ਸਟੇਟਮੈਂਟ ਵੀ ਕੋਟ ਕਰਨੀ ਚਾਹੀਦੀ ਸੀ। ਜੇ ਕੋਈ ਚੇਅਰਮੈਨ ਦੀ ਗੱਲ ਸੀਗੀ, ਉਹ ਵੀ ਉਹਨੂੰ ਪੁੱਛਦੇ ਸੀਐਮ ਸਾਹਿਬ ਨੂੰ ਵੀ ਤੁਸੀਂ ਇਹਨਾਂ ਨੂੰ ਕੋਈ ਚੇਅਰਮੈਨ ਵੀ ਲਾਉਣਾ ਹੈ। ਅੱਛਾ ਸਾਹਿਬ, ਇੱਥੇ ਇੱਕ ਚੀਜ਼ ਇੱਥੇ ਆਉਂਦੀ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਤੋਂ ਪੁੱਛਣਾ ਚਾਹੀਦਾ ਸੀ, ਲੇਕਿਨ ਤੁਸੀਂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਗਏ, ਤੁਹਾਡਾ ਕੀ ਕਾਰਨ ਰਿਹਾ? ਤੁਹਾਡੇ ਉੱਤੇ ਉਹਨਾਂ ਦੇ ਵੱਲੋਂ ਤਾਂ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਕੁਝ ਰਕਮ ਦੇ ਵਾਸਤੇ, ਕੁਝ ਪੋਸਟ ਵਾਸਤੇ ਚਲੇ ਗਏ, ਲੇਕਿਨ ਕਾਰਨ ਕੀ ਰਿਹਾ? ਕਿ ਆਮ ਆਦਮੀ ਪਾਰਟੀ ਦੀ ਕਾਰਜਕਾਰੀ ਕਾਰਨ ਤੁਸੀਂ ਗਏ ਜਾਂ ਤੁਹਾਨੂੰ ਕਾਂਗਰਸ ਜ਼ਿਆਦਾ ਪਸੰਦ ਆ ਗਈ ਸੀ? ਉਹਨਾਂ ਨੇ ਇੱਕ ਤਾਂ ਬੀਬਾ ਇਹ ਨਹੀਂ ਸੀ ਕਿਹਾ ਵੀ ਕੁਝ ਰਕਮ ਵਾਸਤੇ ਜਾਂ ਕੋਈ ਪੈਸਿਆਂ ਵਾਸਤੇ, ਉਹਨਾਂ ਨੇ ਕੈਟੇਗਰੀਕਲੀ ਇੱਕ ਦੋਸ਼ ਲਾਇਆ ਸੀ 10 ਕਰੋੜ ਰੁਪਈਆ ਲੈ ਕੇ ਗਏ ਨੇ, ਠੀਕ ਹੈ ਨਾ। ਇਹ ਮੇਰੇ ਲਈ ਠੀਕ ਹੈ, ਉਹ ਬੇਸ਼ੱਕ ਆਪਦੇ ਵੱਲੋਂ ਕਹਿਣਗੇ ਵੀ ਉਹ ਜਿਨ੍ਹਾਂ ਦੀ ਕੋਈ ਫੇਮ ਹੀ ਨਹੀਂ ਹੈ ਤਾਂ ਫਿਰ ਉਹਨਾਂ ਦੀ ਡੈਫਾਮੇਸ਼ਨ ਕਾਹਦੀ ਹੋ ਗਈ, ਠੀਕ ਹੈ ਨਾ। ਆਫਟਰ ਆਲ ਮੈਂ ਇੱਕ ਜੋਬ 'ਚੋਂ ਆਇਆ ਹੋਇਆ ਬੰਦਾ, ਮੈਨੂੰ ਆਫਟਰ ਲੋਕਾਂ ਨੇ ਚੁਣਿਆ, ਉਦੋਂ ਬਾਅਦ ਵੀ ਤੁਸੀਂ ਮੇਰੇ ਚੱਕ ਕੇ ਰਜਿਸਟਰ ਦੇਖੋ, ਹੋਰ ਦੇਖੋ ਕਿੰਨੇ ਲੋਕ ਮੇਰੇ ਕੋਲੇ ਵਿਜ਼ਿਟ ਕਰਨ ਆਉਂਦੇ ਰਹੇ ਨੇ, ਕੀ ਮੈਂ ਕੰਮ ਕਰਾਏ ਨਹੀਂ ਕਰਾਏ ਜਾਂ ਕੋਈ ਹੋਰ ਹੈ, ਉਹ ਚੀਜ਼ਾਂ ਡਿਸਾਈਡ ਕਰਦੀਆਂ ਵੀ ਤੁਸੀਂ ਆਪਦੀ ਰਿਸਪੌਂਸਿਬਿਲਿਟੀ ਨੂੰ ਨਿਭਾਇਆ ਕਿ ਨਹੀਂ ਨਿਭਾਇਆ। ਹੁਣ ਜਿੱਥੋਂ ਤੱਕ ਜਿਹੜਾ ਤੁਹਾਡਾ ਸਵਾਲ ਹੈਗਾ ਵੀ ਕੀ ਕਾਰਨ ਸੀ, ਕਾਰਨ ਮੈਨੂੰ ਇੱਕ ਚੀਜ਼ ਦੱਸੋ। ਅਸੀਂ ਇੱਕ ਮਿਸ਼ਨ ਲੈ ਕੇ ਚੱਲੇ ਸੀ, ਮਿਸ਼ਨ ਦੇ ਵਿੱਚ ਕੀ ਸੀ? ਮਿਸ਼ਨ ਦੇ ਵਿੱਚ ਅਸੀਂ ਅੰਡਰਟੇਕਿੰਗਸ ਦਿੱਤੀਆਂ ਲੋਕਾਂ ਨੂੰ ਵੀ ਅਸੀਂ ਇੱਕ ਤਾਂ ਜੀ ਲੋਕਾਂ ਦੀ ਭਲਾਈ ਵਾਸਤੇ ਆਪਣਾ ਦਫ਼ਤਰ ਖੋਲਾਂਗੇ ਜੇ ਸਾਡੇ ਐਮਐਲਏ ਬਣ ਗਏ। ਨੰਬਰ 2, ਅਸੀਂ ਕੋਈ ਸਿਕਿਉਰਿਟੀ ਨਹੀਂ ਲਵਾਂਗੇ। ਨੰਬਰ 3, ਅਸੀਂ ਜਿਹੜੀਆਂ ਸਾਡੇ ਕੋਲ ਗੱਡੀਆਂ ਹੋਣਗੀਆਂ ਅਸੀਂ ਉਹਨਾਂ 'ਤੇ ਕੋਈ ਲਾਲ ਬੱਤੀ, ਨੀਲੀ ਬੱਤੀ ਕੋਈ ਇਸ ਤਰ੍ਹਾਂ ਨਹੀਂ ਲਾਵਾਂਗੇ, ਠੀਕ ਹੈ। ਲੋਕਾਂ ਦੇ ਸੇਵਾਦਾਰ ਬਣ ਕੇ ਕੰਮ ਕਰਾਂਗੇ, ਲੋਕਾਂ ਲਈ ਹਰ ਵੇਲੇ ਅਵੇਲੇਬਲ ਹੋਵਾਂਗੇ। ਆਹ ਤਾਂ ਅਸੀਂ ਲੋਕਾਂ ਨਾਲ ਵਾਅਦੇ ਕੀਤੇ ਸੀ। ਅਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਜੋ ਪਾਰਟੀ ਦੇ ਵੱਡੇ ਲੀਡਰਸ ਨੂੰ ਗੱਲਾਂ ਕਰਨੀਆਂ ਹੁੰਦੀਆਂ, ਉਹ ਵੀ ਤੁਹਾਨੂੰ ਪਤਾ ਵੀ ਕੇਜਰੀਵਾਲ ਜੀ ਨੇ ਕਿਹਾ ਵੀ ਜੇ ਸਾਡੀ ਸਰਕਾਰ ਬਣੀ 11 ਤਰੀਕ ਨੂੰ ਰਿਜ਼ਲਟ ਨਿਕਲੂਗਾ, 14 ਮਾਰਚ ਨੂੰ ਅਸੀਂ ਮਜੀਠੀਆ ਤੇਰੇ ਕੋ ਕਾਲਰ ਪਕੜ ਕੇ ਜੇਲ੍ਹ ਮੇਂ ਲੈ ਜਾਏਂਗੇ। ਅਤੇ ਉਹ ਇਹ ਕਹਿ ਕੇ ਵੀ ਇਹ ਐਸਟੈਬਲਿਸ਼ ਜਿਸ ਤਰ੍ਹਾਂ ਹੁੰਦਾ ਨਾ ਫੈਕਟ, ਕੋਈ ਉਸ ਤਰੀਕੇ ਨਾਲ ਕਹਿ ਕੇ ਦਾਅਵੇਦਾਰੀ ਪ੍ਰਗਟ ਕਰਕੇ ਵੀ ਮਜੀਠੀਆ ਸ਼ਾਇਦ ਚੋਰ ਹੀ ਹੈ, ਅਤੇ ਸਾਥੋਂ ਵਰਕਰਾਂ ਤੋਂ ਸਾਰੀ ਪਾਰਟੀ ਤੋਂ ਪੋਸਟਰ ਲਵਾਏ। ਪਹਿਲੀ ਵਾਰ ਹੋਇਆ ਦੇਖੋ ਜਿਹੜੀਆਂ ਪੋਲੀਟੀਕਲ ਪਾਰਟੀਆਂ ਇੱਕ ਦੂਜੇ 'ਤੇ ਦੋਸ਼ ਲਾਉਂਦੀਆਂ, ਪਰ ਉਹ ਦੋਸ਼ਾਂ ਦੇ ਵਿੱਚੋਂ ਸੱਚਾਈ ਕਿੰਨੀ ਕੁ ਲੋਕਾਂ ਨੂੰ ਖੁਦ ਸੁਣ ਕੇ ਪਤਾ ਲੱਗ ਜਾਂਦੀ ਹੈ, ਕਿਉਂਕਿ ਉਹ ਕੈਟੇਗਰੀ ਕੁਛ ਨਹੀਂ ਕਹਿੰਦੀਆਂ ਵੀ ਐਂ ਹੋਇਆ ਐਂ ਹੋਇਆ ਐਂ ਹੋਇਆ, ਠੀਕ ਹੈ ਜੀ। ਪਰ ਜੇ ਉਹ ਦੋਸ਼ ਲਾਉਂਦੀਆਂ ਨੇ ਪਤਾ ਲੱਗ ਜਾਂਦਾ। ਤਾਂ ਉਹਨਾਂ ਨੇ ਪਹਿਲੀ ਵਾਰ ਪੋਸਟਰ ਲਵਾਏ। ਮੈਂ ਇੱਕ ਵਾਰ ਨਹੀਂ 1000 ਬਾਰ ਕਹਿਤਾ ਹੂੰ ਮਜੀਠੀਆ ਚਿੱਟੇ ਕਾ ਤਸਕਰ ਹੈ, ਠੀਕ ਹੈ। ਵੀ ਤੁਸੀਂ ਆਪਦੀ ਫੋਟੋ ਲਾਓ, ਨਾਲ ਥੱਲੇ ਆਪਦੇ ਮੋਬਾਈਲ ਨੰਬਰ ਦਿਓ, ਥੱਲੇ ਲਿਖੋ ਆਮ ਆਦਮੀ ਪਾਰਟੀ, ਕੋਈ ਪੰਜਾਬ, ਕੋਈ ਹੋਰ ਸਾਰਾ ਕੁਛ, ਠੀਕ ਹੈ ਨਾ ਜੀ। ਤਾਂ ਮੈਨੂੰ ਇੱਕ ਚੀਜ਼ ਦੱਸੋ ਵੀ ਹਾਨੀ ਜਿਸ ਬੰਦੇ 'ਤੇ ਹਜੇ ਕੋਰਟ ਨੇ ਕੁਛ ਪ੍ਰੂਵ ਨਹੀਂ ਕੀਤਾ, ਕੋਈ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ, ਉਹ 'ਤੇ ਪੋਸਟਰ ਸਾਡੇ ਤੋਂ ਲਗਵਾਏ ਗਏ, ਠੀਕ ਹੈ। ਅਸੀਂ ਪੋਸਟਰ ਲਾਏ ਵੀ ਪਾਰਟੀ ਕਹਿੰਦੀ ਹੈ ਜਦੋਂ ਜਾਂ ਕੋਈ ਹੋਰ ਹੈ, ਠੀਕ ਹੈ, ਇਹਨਾਂ ਕੋਲ ਕੋਈ ਪ੍ਰੂਫ ਹੋਵੇ। ਪਰ ਉਦੋਂ ਬਾਅਦ ਥੋੜ੍ਹੇ ਚਿਰ ਬਾਅਦ ਹੀ ਜੋ ਰਿਜ਼ਲਟ ਨਿਕਲਣ ਤੋਂ ਬਾਅਦ ਤੁਸੀਂ ਸਾਲ ਬਾਅਦ ਉਹਨਾਂ ਤੋਂ ਮਾਫੀ ਮੰਗ ਰਹੇ ਹੋ। ਰਾਈਟਿੰਗ ਦੇ ਵਿੱਚ ਵਰਡਿੰਗ ਉਹ ਯੂਜ਼ ਕੀਤੀ ਹੈ ਜਿਹੜੀ ਕੋਈ ਵੱਡੇ ਤੋਂ ਵੱਡੇ ਅਪਰਾਧ ਕਰਨ ਵਾਲਾ ਵੀ ਯੂਜ਼ ਨਹੀਂ ਕਰਦਾ। ਤਾਂ ਫਿਰ ਮੈਨੂੰ ਇਹ ਦੱਸੋ ਕਿਹੜੇ ਮਿਸ਼ਨਰੀ ਹੋ ਗਏ ਅਸੀਂ, ਠੀਕ ਹੈ। ਫਿਰ ਪਾਰਟੀ ਦੇ ਵਿੱਚ ਜੋ ਮੈਂ ਤਾਂ ਐਮਐਲਏ ਬਣ ਕੇ ਬੇਸ਼ੱਕ ਅਸੀਂ 20 ਐਮਐਲਏ ਜਿੱਤੇ ਸੀ, ਮੈਂ ਨਾਲ ਦੀ ਨਾਲ ਉਹਦਾ ਦਫ਼ਤਰ ਖੋਲ੍ਹਿਆ ਮਾਨਸਾ ਦੇ ਵਿੱਚ। ਲੋਕਾਂ ਨੂੰ ਪਤਾ ਹੈ, ਪ੍ਰਤੱਖ ਹੈ। ਈਵਨ ਇਸ ਚੀਜ਼ ਦੀ ਪੁਸ਼ਟੀ ਬੇਸ਼ੱਕ ਤੁਸੀਂ ਡਾਕਟਰ ਬਲਵੀਰ ਸਿੰਘ ਤੋਂ ਕਰ ਲਿਓ, ਉਹਦਾ ਉੱਧਰ ਹੀ ਨੇ, ਉਹ ਮੇਰੇ ਦਫ਼ਤਰ ਆਏ ਸੀ। ਉਹਨਾਂ ਨੇ ਬਲਕਿ ਉਦੋਂ ਬਾਅਦ ਇੱਕ ਵਾਰੀ ਮੇਰੇ ਨਾਲ ਗੱਲ ਕਰਦੇ ਹੋਏ ਕੋਟ ਕੀਤਾ, ਕਹਿੰਦੇ ਮੈਂ ਸਾਰੇ ਕਿਤੇ ਕਹਿਣਾ ਹੁੰਦਾ ਵੀ ਜੇ ਆਪਾਂ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਨਾਜ਼ਰ ਸਿੰਘ ਮਾਨਸ਼ਾਹੀਆ ਵਾਂਗੂ ਦਫ਼ਤਰ ਵੀ ਖੋਲ੍ਹੋ ਅਤੇ ਉਹਨਾਂ ਵਾਂਗੂ ਕੰਮ ਵੀ ਕਰੋ, ਠੀਕ ਹੈ ਨਾ। ਤਾਂ ਫਿਰ ਇਹ 'ਚ ਮੇਰੀ ਫੇਮ ਸੀ ਕਿ ਡੀਫੇਮ ਸੀ, ਇਹ ਤਾਂ ਪਬਲਿਕ ਡਿਸਾਈਡ ਕਰਦੇ ਆ ਹੂ ਇਜ਼ ਹੀ ਟੂ ਸਟੇ, ਵੀ ਜਿਹੜਾ ਬੰਦਾ ਜਿਹਦੀ ਫੇਮ ਹੀ ਕੋਈ ਨਹੀਂ ਉਹਦੀ ਡੀਫੇਮ ਕੀ ਹੋਇਆ। ਅੱਛਾ ਜੀ, ਐਤਕੀ ਜਿਸ ਵਕਤ ਚੋਣਾਂ ਹੋਈਆਂ ਨੇ ਤਦ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਿੱਧੇ ਤੌਰ 'ਤੇ ਆਮ ਆਦਮੀ ਪਾਰਟੀ ਦੇ ਵੱਲੋਂ ਵਾਅਦੇ ਕੀਤੇ ਗਏ ਸੀਗੇ। ਲੱਗਦਾ ਕਿ ਉਹ ਜਿਹੜੇ ਏਜੰਡੇ, ਉਹ ਜਿਹੜੇ ਵਾਅਦੇ ਸੀਗੇ ਇਸ ਵਕਤ ਪੰਜਾਬ ਦੇ ਵਿੱਚ ਪੂਰੇ ਹੋ ਰਹੇ ਨੇ, ਕਿਉਂਕਿ ਐਡਵਰਟਾਈਜ਼ਮੈਂਟਸ, ਪਬਲਿਸਿਟੀ ਬਹੁਤ ਵੱਡੇ ਲੈਵਲ 'ਤੇ ਹੋ ਰਹੀ ਹੈ। ਬੀਬਾ ਜੀ ਦੇਖੋ, ਬੜੀ ਸਿੱਧੀ ਜਿਹੀ ਗੱਲ ਹੈ। ਮਿਸ਼ਨ ਤਾਂ ਸੀ ਵੀ ਅਸੀਂ ਇੱਕ ਆਮ ਆਦਮੀ ਦੀ ਤਰ੍ਹਾਂ ਲੋਕਾਂ ਨੂੰ ਪੇਸ਼ ਆਉਣਾ ਹੈ, ਠੀਕ ਹੈ ਨਾ। ਪਾਰਟੀ ਦੀ ਚਲੋ ਉਦੋਂ ਸਰਕਾਰ ਨਹੀਂ ਬਣੀ ਸੀ, ਹੁਣ ਬਣ ਗਈ ਉਹਨਾਂ ਦਾ ਮਿਸ਼ਨ ਤਾਂ ਸੇਮ ਹੀ ਹੈ। ਮੰਨ ਲਓ ਅਸੀਂ ਛੱਡਿਆ ਇਹ ਕੁਛ ਵੀ ਕਰਿਆ,
ਤਾਂ ਮੈਨੂੰ ਇੱਕ ਚੀਜ਼ ਦੱਸੋ ਵੀ ਜਦੋਂ ਅੰਮ੍ਰਿਤਸਰ ਦੇ ਵਿੱਚ ਸਾਰੀਆਂ ਪੰਜਾਬ ਦੀਆਂ ਬੱਸਾਂ ਇਕੱਠੀਆਂ ਕਰਕੇ ਤੇ ਬੰਦੇ ਭਰ ਕੇ ਉੱਥੇ ਲਿਆਂਦੇ ਗਏ ਵੀ ਭਗਵੰਤ ਮਾਨ ਜੀ ਨੇ ਔਰ ਕੇਜਰੀਵਾਲ ਜੀ ਨੇ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਹੈ, ਆਸ਼ੀਰਵਾਦ ਲੈਣ ਜਾਣਾ ਹੈ, ਤਾਂ ਉਹਦੀ ਕੀ ਜ਼ਰੂਰਤ ਸੀ? ਉਹ ਆਮ ਆਦਮੀ ਵਾਲਾ ਕ੍ਰਾਈਟੇਰੀਆ ਸੀ। ਦੂਜੇ ਦਿਨ ਉਹ ਸਹੁੰ ਚੁੱਕਦੇ ਨੇ ਖਟੜ ਕਲਾਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਸਮਾਧ 'ਤੇ ਜਾ ਕੇ, ਠੀਕ ਹੈ ਨਾ। ਉੱਥੇ ਪੰਜਾਬ ਦੇ ਉਹ ਕਹਿੰਦੇ ਵੀ 3 ਕਰੋੜ ਲੋਕਾਂ ਨੇ ਸਹੁੰ ਚੁੱਕਣੀ ਹੈ, ਸਭ ਨੂੰ ਸੱਦਾ ਦਿੱਤਾ ਵੀ ਆਓ। ਪੰਜਾਬ ਦੀਆਂ ਜਿੰਨੀਆਂ PRTC ਰੋਡਵੇਜ਼ ਦੀਆਂ ਬੱਸਾਂ ਵੀ ਲਾਤੀਆਂ, ਠੀਕ ਹੈ, ਲੋਕ ਆਪਦੀਆਂ ਗੱਡੀਆਂ 'ਤੇ ਵੀ ਆਏ। ਉੱਥੇ ਆਪਾਂ ਨੂੰ ਇਹ ਪਤਾ ਵੀ 200 ਏਕੜ ਜ਼ਮੀਨ ਤਾਂ ਉਹਨਾਂ ਨੇ ਠੇਕੇ 'ਤੇ ਲਈ ਸੀ, ਬਾਕੀ ਜਿਹੜੀ ਆਲੇ ਦੁਆਲੇ ਉਹ ਫਸਲ ਖਰਾਬ ਕਰਤੀ, ਉਹ ਸਭ ਪਤਾ ਹੈ। ਅਤੇ ਉਹਨਾਂ ਦੇ ਆਫੀਸ਼ੀਅਲ ਸਟੇਟਮੈਂਟਸ ਮੁਤਾਬਕ 3 ਤੋਂ 5 ਕਰੋੜ ਰੁਪਇਆ ਜਾਣੀ ਉੱਥੇ ਸਹੁੰ ਚੱਕ ਸਮਾਗਮ 'ਤੇ ਲੱਗਿਆ। ਉਹ 'ਚੋਂ ਮੈਨੂੰ ਆਮ ਆਦਮੀ ਵਾਲੀ ਗੱਲ ਕੋਈ ਝਲਕੀ ਨਹੀਂ, ਜਦੋਂ ਕਿ ਚਾਹੀਦਾ ਤਾਂ ਉਹਨੂੰ ਇਹ ਸੀ ਵੀ ਉਹ ਚਾਹੇ ਗਵਰਨਰ ਭਵਨ ਦੇ ਵਿੱਚ, ਰਾਜ ਭਵਨ ਦੇ ਵਿੱਚ ਉੱਥੇ ਇੱਕ ਛੋਟਾ ਜਿਹਾ ਤਖਤ ਪੋਸਟ ਡਾਹ ਕੇ ਸਹੁੰ ਚੁੱਕ ਲੈਂਦੇ। ਉਦੋਂ ਬਾਅਦ ਚਾਹੇ ਆਪਦੇ ਸਾਰੇ ਮੰਤਰੀਆਂ ਨੂੰ ਲੈ ਕੇ ਸਾਰੇ ਇਕੱਲੇ ਸ਼ਹੀਦ ਭਗਤ ਸਿੰਘ 'ਤੇ ਕਿਉਂ, ਸ਼ਹੀਦ ਊਧਮ ਸਿੰਘ ਦੇ ਵੀ ਜਾਂਦੇ, ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਵੀ ਜਾਂਦੇ, ਹੋਰ ਸ਼ਹੀਦ ਯਾਦਗਾਰਾਂ ਨੇ ਜਿੱਥੇ ਬਣੀਆਂ ਨੇ। ਸਭ ਤੋਂ ਵੱਡੀ ਸਾਡੀ ਜਿੱਥੇ ਆਸਥਾ ਹੈ, ਜਿੱਥੇ ਸਭ ਤੋਂ ਵੱਡੀ ਸ਼ਹੀਦੀ ਹੋਈ ਹੈ ਫਤਿਹਗੜ੍ਹ ਸਾਹਿਬ, ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਚੁਣਿਆ ਗਿਆ, ਉੱਥੇ ਵੀ ਜਾਂਦੇ ਸਾਰੇ ਮੰਤਰੀ ਮੰਡਲ ਨੂੰ ਲੈ ਕੇ। ਕੌਣ ਰੋਕਦਾ ਸੀ? ਪਰ ਸਿੰਪਲ ਤਰੀਕੇ ਨਾਲ ਜਾਂਦੇ। ਉਹ 'ਚੋਂ ਕੋਈ ਵੀ ਕੁਛ ਵੀ ਕਰਦੇ, ਉਹ 'ਚੋਂ ਆਮ ਆਦਮੀ ਦੀ ਹੀ ਝਲਕ ਆਉਣੀ ਚਾਹੀਦੀ ਸੀ ਵੀ ਹਾਂ ਬਾਕੀ ਪਹਿਲੀਆਂ ਸਰਕਾਰਾਂ ਨਾਲੋਂ ਫਰਕ ਹੈ। ਫਰਕ ਤਾਂ ਸਮਾਂ ਦੂਜੇ ਪਾਸੇ ਨੈਗੇਟਿਵ ਵਾਲੇ ਪਾਸੇ ਨੂੰ ਹੋ ਗਿਆ ਵੀ ਅਸੀਂ ਸਹੁੰ ਚੁੱਕ ਸਮਾਗਮ 'ਤੇ ਵੀ ਰਿਕਾਰਡ ਤੋੜ 'ਤੇ ਪੈਸਾ ਲਾਉਣ ਵਾਲੀ, ਠੀਕ ਹੈ। ਨੰਬਰ 2 'ਤੇ ਇਕੱਠ ਕਰਨ ਵਾਲੇ ਵੀ ਰਿਕਾਰਡ ਤੋੜ 'ਤੇ। ਅਤੇ ਅਸੀਂ ਫਿਰ ਜੇ ਇੰਨੀ ਆਸਥਾ ਸੀ ਆਮ ਆਦਮੀ ਵਾਲੀ ਗੱਲ ਤਾਂ ਉੱਥੇ ਵੀ ਨਹੀਂ ਝਲਕੀ। ਫਿਰ ਜੇ ਇੰਨਾ ਖਰਚ ਕੀਤਾ ਹੀ ਸੀ ਅਤੇ ਭਗਵੰਤ ਮਾਨ ਜੀ ਆਪਦੇ ਨਾਲ ਆਪਦੀ ਕੈਬਨਿਟ ਵੀ ਸਹੁੰ ਉੱਥੇ ਚੁਕਾਉਂਦੇ। ਕੀ ਗੱਲ, ਜਿਹੜੀ ਕੈਬਨਿਟ ਹੈ ਉਹਨਾਂ ਦਾ ਭਗਤ ਸਿੰਘ ਕੁਛ ਨਹੀਂ ਲੱਗਦਾ। ਫਿਰ ਨੰਬਰ 2 ਅਡੰਬਰ ਐਡਾ ਕੀਤਾ ਗਿਆ, ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਨਾਂ ਯੂਜ਼ ਕੀਤਾ ਗਿਆ, ਉੱਥੇ ਗਏ। ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਮਿਲਣ ਆਉਂਦਾ ਹੈ ਵੀ ਸਾਡੇ ਇੱਕ ਪਰਿਵਾਰ ਦੇ ਇੱਕ ਮੈਂਬਰ ਨਾਲ ਐਡੀ ਵੱਡੀ ਜ਼ਿਆਦਤੀ ਹੋ ਗਈ, ਉਹਨੂੰ ਪੁਲਿਸ ਮੁਕਾਬਲੇ 'ਚ ਮਾਰਤਾ, ਵੀ ਉਹਦਾ ਇਨਸਾਫ ਦਿਓ। ਉਹਨੂੰ CM ਸਾਹਿਬ ਮਿਲਦੇ ਵੀ ਨਹੀਂ। ਉੱਥੇ ਜਿਹੜੀ ਕਿੱਥੇ ਗਏ ਫਿਰ ਉਹਨਾਂ ਦੇ ਜਿਹੜੇ ਆਪਣੇ ਕਹਿ ਲਓ ਸ਼ਹੀਦ ਆਜ਼ਮ ਭਗਤ ਸਿੰਘ ਦੇ ਵਿਚਾਰਧਾਰਾ ਜਾਂ ਜਿਹੜੀ ਉਹਨਾਂ ਪ੍ਰਤੀ ਆਸਥਾ ਇਹਨਾਂ ਨੇ ਬਣਾਈ ਹੋਈ ਸੀ, ਉਹ ਆਸਥਾ ਫਿਰ ਕਿੱਥੇ ਜਾਂਦੀ ਹੈ? ਮਤਲਬ ਇਸ ਕਰਕੇ ਜਿਹੜਾ ਇਹ ਅਡੰਬਰ ਰਚਿਆ ਗਿਆ, ਇਹਨਾਂ ਨੇ ਸਿਰਫ ਆਪਣੀ ਗਲੋਰੀਫਿਕੇਸ਼ਨ ਵਾਸਤੇ ਕੀਤਾ ਗਿਆ ਸਾਰਾ ਕੁਛ। ਉਹੀ ਗਲੋਰੀਫਿਕੇਸ਼ਨ ਵਾਸਤੇ ਕੰਮ ਚਾਹੇ ਹੋਇਆ ਹੋਵੇ ਨਾ ਚਾਹੇ ਹੋਵੇ, ਅਤੇ ਆਲ ਓਵਰ ਇੰਡੀਆ ਮਸ਼ਹੂਰੀ ਦੇ ਫੱਟੇ ਚੱਕ ਦਿੰਦੇ ਨੇ। ਨਾ ਜੀ, ਇੱਕ ਚੀਜ਼ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਚੀਜ਼ਾਂ ਪਹਿਲਾਂ ਕਹੀਆਂ ਗਈਆਂ ਸੀਗੀਆਂ ਕਿ ਅਸੀਂ ਆਮ ਆਦਮੀ ਵਾਂਗੂ ਰਵਾਂਗੇ, ਆਮ ਲੋਕਾਂ ਵਾਂਗੂ ਰਵਾਂਗੇ, ਹਰ ਚੀਜ਼ ਆਮ ਇਨਸਾਨ ਵਾਂਗੂ ਕੀਤੀ ਜਾਊਗੀ, ਲੇਕਿਨ ਉੱਥੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਅੱਜ ਵੀ ਇਹ ਕਹਿੰਦੇ ਨੇ ਕਿ ਮੈਂ ਜਿੱਥੇ ਵੀ ਜਾਣਾ ਆਮ ਇਨਸਾਨ ਵਾਂਗੂ ਜਾਣਾ, ਲੋਕਾਂ ਦੇ ਨਾਲ ਖੜ ਕੇ ਮਿਲਦਾ, ਉਹਨਾਂ ਦੇ ਮੈਮੋਰੈਂਡਮ ਲੈਣਾ ਆ। ਹਸਪਤਾਲਾਂ ਦੇ ਵਿੱਚ ਅਚਨਚੇਤ ਜਿਹੜੀ ਹੈ ਇਨਕੁਆਇਰੀ ਕੀਤੀ ਜਾਂਦੀ ਹੈ, ਜਾਂਚ ਕੀਤੀ ਜਾਂਦੀ ਹੈ, ਰਾਹ ਦੇ ਵਿੱਚ ਖੜ ਕੇ ਲੋਕਾਂ ਤੋਂ ਮੈਮੋਰੈਂਡਮ ਫੜੇ ਜਾਂਦੇ ਨੇ। ਅਤੇ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਸੱਚੀ 'ਚ ਆਮ ਆਦਮੀ ਨੇ ਇਹ? ਦੇਖੋ ਇਸ ਤਰ੍ਹਾਂ ਹੈਗਾ ਵੀ ਕੁਛ ਈਵੈਂਟਸ ਹੁੰਦੀਆਂ ਨੇ ਜਿਹੜੀਆਂ ਮੈਨੇਜ ਕੀਤੀਆਂ ਜਾਂਦੀਆਂ ਹੈ, ਉਹ ਕੋਈ ਵੀ ਕਰ ਲੈਂਦਾ ਹੈ, ਕੋਈ ਵੀ ਕਰ ਸਕਦਾ, ਕੋਈ ਐਸੀ ਗੱਲ ਨਹੀਂ ਹੈ। ਪਰ ਦੂਜੇ ਪਾਸੇ ਇਹ ਹੈ, ਆਮ ਆਦਮੀ ਜਿਸ ਤਰ੍ਹਾਂ ਉਹਨੇ ਕਿਹਾ ਸੀ ਵੀ ਅਸੀਂ ਸਿਕਿਉਰਿਟੀ ਨਹੀਂ ਲਵਾਂਗੇ, ਠੀਕ ਹੈ, ਉਦੋਂ ਕਹਿੰਦੇ ਸੀ ਵੀ ਇਹਨਾਂ ਨੂੰ ਕਾਹਦਾ ਖਤਰਾ ਹੈ, ਇਹ ਮੁਰਗੀਖਾਨੇ ਖੋਲ੍ਹ ਲੈਣ ਜੇ ਇਹਨਾਂ ਨੂੰ ਡਰ ਹੀ ਲੱਗਦਾ ਹੈ। ਅਤੇ ਫਿਰ ਹੁਣ ਉਹਨਾਂ ਤੋਂ ਜੇ ਤਾਂ ਗੱਡੀਆਂ ਹੁੰਦੀਆਂ ਨਾ ਵੀ ਉਹਨਾਂ ਨਾਲ ਤਾਂ 40 ਗੱਡੀਆਂ ਚੱਲਦੀਆਂ ਸੀ, ਮੇਰੇ ਨਾਲ ਤਾਂ 4 ਹੀ ਚੱਲਦੀਆਂ ਗੱਡੀਆਂ, 'ਚ ਉਹ ਚੱਲਣ ਵੀ, ਠੀਕ ਹੈ, ਵੀ ਗਿਣਤੀ ਮੇਰੇ ਕੋਲ ਤਾਂ 4 ਹੀ ਹੈ, ਠੀਕ ਹੈ। ਫਿਰ ਅਸੀਂ ਕਹਿੰਦੇ ਵਾਕਈ ਉਹਨਾਂ ਨੇ ਕੋਈ ਕਮਾਲ ਦੀ ਗੱਲ ਕੀਤੀ ਹੈ, ਆਮ ਆਦਮੀ ਦੇ ਹੱਕ ਵਾਲੀ ਗੱਲ ਕੀਤੀ ਹੈ। ਨੰਬਰ 2 ਉਹਨੇ ਕਿਹਾ ਰੈੱਡ ਲਾਈਟ ਨਹੀਂ ਲਾਵਾਂਗੇ, ਨੀਲੀ ਲਾਈਟ ਨਹੀਂ ਲਾਵਾਂਗੇ। ਉਹ ਤਾਂ ਚਲੋ ਚਾਹੇ ਇਹਨਾਂ ਦੇ ਪ੍ਰੈਸ਼ਰ ਅੰਡਰ ਕਹਿ ਲਈਏ ਆਪਾਂ, ਇਹ ਨਹੀਂ ਕਹਿੰਦੇ ਵੀ ਕਾਂਗਰਸ ਨੇ ਕਰਤੀ ਜਾਂ ਕੋਈ ਹੋਰ ਹੈ, ਪਰ ਸਰਕਾਰ ਨੇ ਜਿਹੜੀ ਮਤਲਬ ਸੈਂਟਰ ਸਰਕਾਰ ਨੇ ਨੋਟੀਫਿਕੇਸ਼ਨ ਕਰਤੀ ਵੀ ਕੋਈ ਰੈੱਡ ਲਾਈਟ ਨੀਲੀ ਲਾਈਟ ਕੋਈ ਨਹੀਂ ਲੱਗੂਗੀ। ਪਰ ਅੱਜ ਤੁਸੀਂ ਦੇਖੋ ਇਹਨਾਂ ਦੀਆਂ ਗੱਡੀਆਂ 'ਤੇ ਉਹ ਕਿਸ ਤਰ੍ਹਾਂ ਦੀਆਂ ਲੰਬੀਆਂ ਲਾਈਟਾਂ ਹੈ ਨਾ, ਨੀਲੀਆਂ ਕਾਲੀਆਂ, ਉਹ ਤਾਂ ਇਕੱਲੀ ਰੈੱਡ ਲਾਈਟ ਹੁੰਦੀ ਸੀ, ਇਹਦੇ ਵਿੱਚ ਨੀਲੀਆਂ ਇਕੱਠੀਆਂ ਸਾਰੀਆਂ ਚੱਲਦੀਆਂ ਨੇ। ਉਹ ਲਾਈਟਾਂ ਦੀ ਗੱਲ ਤਾਂ ਇਹ ਹੁੰਦੀ ਹੈ ਵੀ ਤੁਸੀਂ ਆਪਣੇ ਆਪ ਨੂੰ ਆਮ ਲੋਕਾਂ ਵਾਂਗੂ ਵਿਚਰਨਾ ਹੈ। ਪਰ ਆਮ ਲੋਕ ਕਾਹਦੇ ਹੋ ਗਏ, ਤੁਹਾਡੀਆਂ ਲਾਈਟਾਂ ਉਸ ਤਰੀਕੇ ਨਾਲ ਫਲੈਸ਼ ਕਰ ਰਹੀਆਂ, ਜਾਂਦਿਆਂ ਦੀਆਂ ਸਾਰਾ ਕੁਛ ਕਰ ਰਿਹਾ ਹੈ, ਉਦੋਂ ਵੱਧ ਗੱਡੀਆਂ ਦਾ ਕਾਫਲਾ ਜਾ ਰਿਹਾ ਹੈ, ਤਾਂ ਫਿਰ ਕਾਹਦੇ ਆਮ ਆਦਮੀ ਹੋ ਗਏ? ਸਮੱਸਿਆ ਇਹ ਨਹੀਂ ਹੈ, ਜਿਹੜੀ ਗਵਰਨੈਂਸ ਹੁੰਦੀ ਹੈ ਉਹਦੇ ਵਿੱਚ ਕੁਦਰਤੀ ਤੌਰ 'ਤੇ ਲੋਕਾਂ ਦੀ ਇੱਕ ਆਸਥਾ ਤਾਂ ਬਣੇ ਨਾ। ਕੋਈ ਦੇਖੋ ਮੇਰਾ ਜ਼ੋਰ ਲੱਗਿਆ ਰਿਹਾ ਆਪਣੇ ਕਾਂਗਰਸ ਸਰਕਾਰ ਦੇ ਵਿੱਚ, ਕੀ ਹੈ ਇਹਨਾਂ ਨੇ ਇੱਕ ਐਕਟ ਪਾਸ ਕੀਤਾ ਸੀ, ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਿਟੀ ਇਨ ਡਿਲੀਵਰੀ ਆਫ ਪਬਲਿਕ ਸਰਵਿਸ ਐਕਟ 2018। ਹਾਲਾਂਕਿ ਉਹ ਵੀ ਗਲਤੀ ਸੀ, ਮੈਂ ਤਾਂ ਚਿੱਠੀ ਲਿਖਤੀ ਸੀ ਵੀ ਤੁਸੀਂ ਇਸ ਤਰ੍ਹਾਂ ਕੰਪਲੀਕੇਟਡ ਨਾਂ ਕਿਉਂ ਰੱਖਿਆ ਜਿਹੜਾ ਲੋਕਾਂ ਦੀ ਜ਼ੁਬਾਨ 'ਤੇ ਨਹੀਂ ਚੜ੍ਹ ਸਕਦਾ,
ਕਿਉਂਕਿ ਪਹਿਲਾਂ ਅਕਾਲੀਆਂ ਨੇ ਰੱਖਿਆ ਸੀ, ਉਹ ਵਧੀਆ ਐਕਟ ਪਾਸ ਕੀਤਾ ਸੀਗਾ, ਸੇਵਾ ਦਾ ਅਧਿਕਾਰ। ਉਹ ਹਰੇਕ ਦੇ ਜ਼ੁਬਾਨ ਤੇ ਚੜ੍ਹ ਜਾਂਦਾ। ਜਦੋਂ ਜ਼ੁਬਾਨ ਤੇ ਜਿਹੜੀ ਚੀਜ਼ ਚੜੂਗੀ ਉਹਦੇ ਵੱਲ ਲੋਕ ਧਿਆਨ ਵੀ ਦਿੰਦੇ ਆ ਵੀ ਸੇਵਾ ਦੇ ਅਧਿਕਾਰ ਦੇ ਵਿੱਚ ਫਿਰ ਮੇਰਾ ਕੋਈ ਅਧਿਕਾਰ ਕੀ ਹੈ, ਉਹ ਪੁੱਛੇਗਾ। ਠੀਕ ਹੈ, ਇਹਨਾਂ ਨੇ ਇਹ ਐਕਟ ਜਿਹੜਾ ਅਮੈਂਡਮੈਂਟ ਕੀਤੀ, ਠੀਕ ਹੈ, ਅੰਗਰੇਜ਼ੀ 'ਚ ਵਧੀਆ ਐਕਟ ਬਣਾਤਾ। ਅਤੇ ਦੂਜੇ ਪਾਸੇ ਜਿਹੜੀ ਮਤਲਬ ਕਿ ਉਹਦੇ ਵਿੱਚ ਟਾਈਮ ਫਰੇਮ ਜਿਹੜਾ ਕਿਸੇ ਵੀ ਕੰਮ ਲਈ ਦਿੱਤਾ ਹੋਇਆ ਹੈ, ਉਹ ਨਾ ਅਕਾਲੀ ਸਰਕਾਰ ਵੇਲੇ ਉਹ ਮੋਨੀਟਰਿੰਗ ਕਰਦੇ ਸੀ, ਪਰ ਹਰੇਕ ਤੇ ਖਰੇ ਨਹੀਂ ਸੀ ਉਤਰਦੇ। ਕਾਂਗਰਸ ਨੇ ਤਾਂ ਛੱਡ ਹੀ ਦਿੱਤਾ, ਉਹ ਤੇ ਗੱਲ ਹੀ ਨਹੀਂ ਕੀਤੀ ਮੁੜ ਕੇ। ਅਤੇ ਹੁਣ ਇਹ ਆਏ ਨੇ, ਹੁਣ ਵੀ ਕਿਹੜਾ ਟਾਈਮ ਫਰੇਮ 'ਚ ਕੋਈ ਕੰਮ ਹੋ ਰਿਹਾ ਹੈ। ਇਸ ਕਰਕੇ ਜਿਹੜੇ ਗਵਰਨੈਂਸ ਹੈ ਉਹ ਤਾਂ ਇਹ ਹੁੰਦੇ ਵੀ ਆਮ ਬੰਦੇ ਨੂੰ ਡੇ ਟੂ ਡੇ ਵਰਕਿੰਗ ਦੇ ਵਿੱਚ ਰਾਹਤ ਕਿਵੇਂ ਦੇਣੀ ਹੈ। ਠੀਕ ਹੈ, ਉਹ ਕਿਤੇ ਵੀ ਨਹੀਂ ਦਿਸਦੀ। ਲੋਕ ਹੀ ਤੰਗ ਨੇ ਵੀ ਕਰਪਸ਼ਨ, ਠੀਕ ਹੈ ਜੀ, ਇਹਨਾਂ ਨੇ ਅਫਸਰਾਂ ਨੂੰ ਡਰਾਇਆ, ਪਰ ਕਰਪਸ਼ਨ ਉਦੋਂ ਵੱਧ ਗਈ ਜ਼ਿਆਦਾ ਅੰਦਰ ਖਾਤੇ। ਠੀਕ ਹੈ ਨਾ, ਅਤੇ ਇਹਨਾਂ ਦੇ ਆਪਦੇ ਮੰਤਰੀ ਖੁਦ ਫੜੇ ਗਏ, ਮੰਤਰੀਆਂ 'ਤੇ ਐਲੀਗੇਸ਼ਨ ਲੱਗ ਰਹੇ ਨੇ, MLA 'ਤੇ ਐਲੀਗੇਸ਼ਨ ਲੱਗ ਰਹੇ ਨੇ। ਫਿਰ ਉਹ ਗਵਰਨੈਂਸ ਵਾਸਤੇ ਕੁਦਰਤੀ ਤੌਰ 'ਤੇ CM ਨੂੰ ਟਾਈਮ ਡਿਵੋਟ ਕਰਨਾ ਚਾਹੀਦਾ ਹੈ ਸਟੇਟ ਵਾਸਤੇ। ਮੁੱਖ ਮੰਤਰੀ ਤਾਂ ਪੰਜਾਬ ਦੇ ਲੋਕਾਂ ਨੇ ਪੰਜਾਬ ਦਾ ਭਲੇ ਵਾਸਤੇ ਬਣਾਇਆ ਨਾ। ਇਹ ਤਾਂ ਨਹੀਂ ਹੈ ਵੀ ਤੁਸੀਂ ਗੁਜਰਾਤ ਚਲੋ ਇੱਕ ਵਾਰੀ ਵਗ ਜਾਓ, 2 ਵਾਰੀ ਵਗ ਜਾਓ, ਹਿਮਾਚਲ 'ਚ ਇੱਕ ਵਾਰੀ ਵਗ ਜਾਓ, 2 ਵਾਰੀ ਵਗ ਜਾਓ। ਉਹਨਾਂ ਤਾਂ ਸਾਰੀ ਉੱਥੇ ਇਕੱਠੇ ਕੀਤੇ ਹੋਏ ਨੇ MLA, ਕੈਬਨਿਟ, ਸਾਰਾ ਕੁਛ। ਅਤੇ ਫਿਰ ਗੁਜਰਾਤ ਦੇ ਵਿੱਚ ਸਰਕਾਰ ਜੇ ਬਣ ਵੀ ਜਾਂਦੀ ਹੈ ਤਾਂ ਉਦੋਂ ਬਾਅਦ ਇਹਦਾ ਮਤਲਬ ਇਹ ਹੈ ਵੀ ਸਾਰੇ ਪੰਜਾਬੀ ਇਕੱਠੇ ਹੋ ਕੇ ਜਿੰਨੇ ਜ਼ਿੰਮੇਵਾਰ ਬੰਦੇ ਇਹਨਾਂ ਨੇ ਇਲੈਕਟ ਕੀਤੇ ਹੈ ਲੋਕਾਂ ਦੀ ਸੇਵਾ ਵਾਸਤੇ, ਉਹ ਫਿਰ ਅਗਲੀ ਸਟੇਟ ਚਲੇ ਜਾਣਗੇ। ਇਸ 'ਚ ਇਲੈਕਸ਼ਨਾਂ ਤਾਂ ਹੁੰਦੀਆਂ ਹੀ ਰਹਿਣੀਆਂ, ਉਹਨਾਂ ਨੂੰ ਆਪਣੀ ਸਟੇਟ ਸੰਭਾਲਣੀ ਚਾਹੀਦੀ ਹੈ। ਅਤੇ ਫਿਰ ਨੰਬਰ 2 ਤੇ ਉਹਨਾਂ ਕੋਲ ਸੋਸ਼ਲ ਮੀਡੀਆ ਸਾਰਾ ਕੁਛ ਹੈ, ਪ੍ਰਚਾਰ ਕਰਨ ਲਈ ਬਹੁਤ ਕੁਛ ਹੈ, ਇਹੋ ਜਿਹੀ ਗੱਲ ਤਾਂ ਨਹੀਂ ਹੈ। ਅਤੇ ਫਿਰ ਉਹਨੂੰ ਕਰੋੜਾਂ ਰੁਪਏ ਰੋਜ਼ ਦਾ, ਤਕਰੀਬਨ 2 ਕਰੋੜ ਰੁਪਈਆ ਐਡਵਰਟਾਈਜ਼ਮੈਂਟ 'ਤੇ ਲਾ ਰਹੇ ਨੇ। ਜਾ ਕੇ ਇਹਨਾਂ ਦੇ ਤੰਜ ਕੱਸਦੇ ਹੁੰਦੇ ਸੀ ਭਗਵੰਤ ਮਾਨ ਜੀ ਆਪ ਵੀ ਹਰੇਕ ਵਾਸਤੇ ਹਰੇਕ ਥਾਂ 'ਤੇ ਚੰਨੀ ਸਾਹਿਬ ਵੇਲੇ ਤੁਸੀਂ ਪੋਸਟਰ ਲਵਾਤੇ ਜੀ, ਤੁਸੀਂ ਫਲੈਕਸਾਂ ਲਵਾਤੀਆਂ ਜੀ, ਅਤੇ ਆਪ ਵੀ ਤਾਂ ਉਦੋਂ ਵੱਧ ਲਵਾਈਆਂ ਹੋਈਆਂ। ਉਹ ਤੁਹਾਡੇ ਤੇ ਵੀ ਇਲਜ਼ਾਮ ਲਗਾਉਂਦੇ ਨੇ, ਕਹਿੰਦੇ ਕਿ ਗੱਲ ਤਾਂ ਉਹ ਕਰੇ ਜਿਨ੍ਹਾਂ ਨੇ ਆਪਣੇ ਗਿਰਬਾਨ 'ਚ ਝਾਕ ਕੇ ਦੇਖੋ। ਕਹਿੰਦੇ ਕਾਂਗਰਸ ਵੀ ਤਾਂ ਇਹੀ ਕਰ ਰਹੀ ਹੈ, ਸਾਰੇ ਪਾਰਟੀਆਂ ਇਹ ਕਰ ਰਹੀਆਂ ਨੇ, ਅਤੇ ਕਹਿੰਦੇ ਅਸੀਂ ਕੀ ਮਾੜਾ ਕਰ ਰਹੇ ਹਾਂ, ਅਸੀਂ ਵੀ ਤਾਂ ਆਪਣੀ ਪਬਲਿਸਿਟੀ ਕਰਨੀ ਹੈ। ਅਗਰ ਆਪਾਂ ਪਬਲਿਸਿਟੀ ਕਰਾਂਗੇ ਤਾਂ ਹੀ ਕਹਿੰਦੇ ਕਿ ਸਾਡੇ ਕੋਲ ਜਿਹੜੇ ਨੇ ਨਿਵੇਸ਼ ਆਉਣਗੇ ਵੱਖਰੇ। ਦੇਖੋ, ਮੈਂ ਇਸ ਆਈਡੀਆ ਦੀ ਕਦੇ ਵੀ ਸਪੋਰਟ ਨਹੀਂ ਕੀਤੀ, ਕਿਉਂਕਿ ਨਾ ਤਾਂ ਮੈਂ ਕੋਈ ਪੰਜਾਬ ਲੈਵਲ ਦਾ ਲੀਡਰ ਹਾਂ, ਕੋਈ ਨੈਸ਼ਨਲ ਲੈਵਲ ਦਾ ਲੀਡਰ ਹਾਂ। ਮੈਂ ਇੱਕ ਲੋਕਲ ਲੀਡਰ ਹਾਂ। ਠੀਕ ਹੈ ਨਾ, ਲੋਕਲ ਲੀਡਰ ਦੀ ਜਿੰਨੀ ਕੁ ਜ਼ਿੰਮੇਵਾਰੀ ਹੁੰਦੀ ਹੈ ਉਹ ਨਿਭਾਉਣ 'ਚ ਜੇ ਤਾਂ ਮੇਰੀ ਕੁਤਾਹੀ ਹੋਵੇ ਫਿਰ ਤਾਂ ਹੈ ਕੋਈ। ਮੈਂ ਕਦੇ ਐਪਰੀਸ਼ੀਏਟ ਕੀਤਾ ਹੋਵੇ CM ਸਾਹਿਬ ਨੇ ਵਧੀਆ ਵਿੱਚ ਫਲੈਕਸਾਂ ਲਵਾਈਆਂ ਜਾਂ ਕੋਈ ਹੋਰ ਹੈ, ਠੀਕ ਹੈ ਨਾ, ਅਸੀਂ ਤਾਂ ਉਦੋਂ ਵੀ ਇਸ ਚੀਜ਼ ਨੂੰ ਕੰਡੈਮ ਕਰਦੇ ਸੀ ਵੀ ਮਾੜੀ ਗੱਲ ਹੈ, ਇਹ ਨਹੀਂ ਕਰਨਾ ਚਾਹੀਦਾ। ਨੰਬਰ 2, ਇਹਨਾਂ ਨੂੰ ਤਾਂ ਉਹਨਾਂ ਨੂੰ ਫਰਕ ਦਿਖਾਉਣਾ ਚਾਹੀਦਾ ਨਹੀਂ ਜੀ, ਤਾਂ ਮਿਸ਼ਨ ਲੈ ਕੇ ਆਏ ਸੀ ਨਾ ਇਹਨਾਂ ਨੂੰ ਲੋਕਾਂ ਨੇ ਤਾਂ ਵੋਟਾਂ ਮਿਸ਼ਨ ਵਾਸਤੇ ਪਾਈਆਂ ਨਾ, ਵੀ ਸ਼ਾਇਦ ਵਧੀਆ ਕੰਮ ਕਰਨਗੇ, ਜਿਹੀਆਂ ਗੱਲਾਂ ਕਰਦੇ ਨੇ ਉਹ ਕਰਕੇ ਦਿਖਾਉਣਗੇ, ਆਮ ਲੋਕਾਂ ਦੇ ਵਿੱਚ ਰਹਿਣਗੇ, ਆਮ ਲੋਕਾਂ ਦੀ ਗੱਲ ਕਰਨਗੇ। ਉਹ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ ਹੈ। ਉਹ ਤਾਂ ਤੁਸੀਂ ਦੱਸੋ ਵੀ ਜੇ ਤੁਸੀਂ ਉਹਨਾਂ ਨੇ ਤਾਂ ਫਲੈਕਸਾਂ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਪੰਜਾਬ ਦੇ ਵਿੱਚ ਲਵਾਈਆਂ ਸੀ, ਇਹਨਾਂ ਨੇ ਤਾਂ ਦੂਜੀਆਂ ਸਟੇਟਾਂ 'ਚ ਵੀ ਲਵਾਤੀਆਂ, ਹਿਮਾਚਲ 'ਚ ਇਹਨਾਂ ਨੇ ਲਵਾਤੀਆਂ, ਜਾ ਕੇ ਗੁਜਰਾਤ ਦੇ ਵਿੱਚ ਇਹਨਾਂ ਨੇ ਲਵਾਤੀਆਂ, MP 'ਚ ਇਹਨਾਂ ਨੇ ਲਵਾਤੀਆਂ, ਤੇਲੰਗਾਨਾ 'ਚ ਇਹਨਾਂ ਨੇ ਲਵਾਤੀਆਂ। ਅਤੇ ਇਹਦਾ ਮਤਲਬ ਇਹ ਹੈ ਵੀ ਇਹਨਾਂ ਨੂੰ ਇਸ ਚੀਜ਼ ਨਾਲ ਕੋਈ ਸੰਬੰਧ ਨਹੀਂ। ਪੰਜਾਬ ਦਾ ਖਜ਼ਾਨਾ ਪੰਜਾਬ ਦੇ ਲੋਕਾਂ ਲਈ ਵਰਤਣਾ ਹੈ। ਉਦੋਂ ਤਾਂ ਆਪਣੇ ਵਾਰੀ ਤਾਂ ਇਹ ਕਹਿੰਦੇ ਹੁੰਦੇ ਸੀ ਪੰਜਾਬ ਦਾ ਖਜ਼ਾਨਾ ਨਹੀਂ, ਇਹ ਤਾਂ ਖਾਲੀ ਪੀਪਾ ਹੈ। ਇਹ ਸਟੇਟਮੈਂਟ ਆਪਾਂ ਸੁਣੀਆਂ ਇਹਨਾਂ ਦੇ ਸਰ, ਇਕੱਲੇ ਭਗਵੰਤ ਮਾਨ ਜੀ ਦੇ ਨਹੀਂ, ਹੋਰ ਵੀ ਕਈ ਬੰਦਿਆਂ ਨੇ ਕੀਤੀਆਂ। ਅੱਜ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਖਜ਼ਾਨਾ ਹੈ ਕਿ ਅੱਜ ਵੀ ਖਾਲੀ ਪੀਪਾ ਹੈ? ਮੈਨੂੰ ਦੇਖੋ, ਹੈ ਤਾਂ ਖਾਲੀ ਪੀਪਾ, ਪਰ ਜਿਸ ਤਰੀਕੇ ਨਾਲ ਉਹ 'ਚੋਂ ਪੈਸੇ ਵਰਤ ਰਹੇ ਨੇ ਇਹ, ਠੀਕ ਹੈ ਨਾ ਜੀ, ਇੱਧਰੋਂ ਉੱਧਰੋਂ ਕਰਜ਼ੇ ਲੈ ਰਹੇ ਨੇ, ਸਾਰਾ ਕੁਛ ਕਰ ਰਹੇ ਨੇ। ਉਹ ਐਂ ਲੱਗਦਾ ਜਿਵੇਂ ਹੁਣ ਉਹ ਪੀਪਾ ਭੜੋਲਾ ਬਣਾ ਲਿਆ ਹੁੰਦਾ ਇਹਨਾਂ ਨੇ। ਉਹ ਭੜੋਲਾ ਤਾਂ ਫਿਰ ਜੇ ਬਣਿਆ ਹੈ ਤਾਂ ਪਬਲਿਕ ਹਿੱਤ ਦੇ ਵਿੱਚ ਕੋਈ ਗੱਲਾਂ ਕਰੋ, ਕੰਮ ਕਰੋ। ਚੀਮਾ ਸਾਹਿਬ ਕਹਿੰਦੇ ਅਸੀਂ ਜਿੰਨਾ ਕਰਜ਼ਾ ਲੈ ਰਹੇ ਹਾਂ ਉਹ ਤੋਂ ਵੱਧ ਸੰਖਿਆ 'ਚ ਕਰਜ਼ਾ ਮੋੜ ਰਹੇ ਹਾਂ, ਕਹਿੰਦੇ ਅਸੀਂ। ਨਹੀਂ ਬੀਬਾ, ਇਹ ਵੀ ਤਾਂ ਲੋਕਾਂ ਨੂੰ ਭੁਲੇਖਾ ਪਾਉਣ ਵਾਲੀ ਗੱਲ ਹੈ। ਹੁਣ ਜਿਹੜੇ ਕਰਜ਼ੇ ਪਹਿਲਾਂ ਲਏ ਹੋਏ ਆ ਉਹਦੀ ਆਏ ਸਾਲ ਕਿਸ਼ਤ ਵੀ ਤਾਂ ਮੋੜਨੀ ਹੁੰਦੀ ਹੈ। ਜੇ ਕਿਸ਼ਤ ਮੋੜਦੀ ਤੁਸੀਂ ਅਤੇ ਫਿਰ ਕਰਜ਼ਾ ਚੱਕ ਲਿਆ ਅਤੇ ਫਿਰ ਬਚਾਇਆ ਕੀ ਹੈ? ਜੇ ਤਾਂ ਐਂ ਹੋਵੇ ਨਾ ਵੀ ਕਰਜ਼ਾ ਮੋੜਿਆ ਤੁਸੀਂ ਪ੍ਰਿੰਸੀਪਲ ਅਮਾਊਂਟ 'ਚ ਮੋੜਤਾ ਹੋਵੇ ਵੀ ਲੋ ਜੀ ਇੰਨੀ ਪ੍ਰਿੰਸੀਪਲ ਅਮਾਊਂਟ ਮੋੜਤੀ, ਪਹਿਲਾਂ 3 ਲੱਖ ਕਰਜ਼ਾ ਸੀ, 3 ਲੱਖ ਕਰੋੜ, ਅਤੇ ਹੁਣ ਜੀ 2.5 ਲੱਖ ਕਰੋੜ ਰਹਿ ਗਿਆ, ਫਿਰ ਤਾਂ ਆਪਾਂ ਕਹਿ ਦਈਏ ਵੀ ਹਾਂ ਵੀ ਬਾਕੀ ਮੋੜਿਆ। ਜੇ ਐਂ ਵੀ 3 ਲੱਖ ਕਰੋੜ ਦਾ ਬਜਾਏ 3,10,000 ਕਰੋੜ ਹੋ ਗਿਆ, 20 ਹੋ ਗਿਆ, 30 ਹੋ ਗਿਆ, ਫਿਰ ਜਿਹੜਾ ਪਹਿਲਾਂ ਕਰਜ਼ਾ ਲਿਆ ਉਹਦੀਆਂ ਕਿਸ਼ਤਾਂ ਤਾਂ ਮੋੜਨੀਆਂ ਨੇ, ਉਹਦਾ ਜਿਹੜਾ ਵਿਆਜ ਪੈ ਰਿਹਾ ਉਹ ਤਾਂ ਮੋੜਨਾ ਹੀ ਹੈ। ਉਹ ਮੋੜ ਰਹੇ ਨੇ, ਐਂ ਤਾਂ ਨਹੀਂ ਬਚਾ ਕੇ ਵੀ ਠੀਕ ਹੈ ਸਾਡੇ ਕੋਲ ਇੰਨੀ ਬਚਤ ਹੋਈ ਉਹ ਕਰ ਦਈਏ। ਮੈਨੂੰ ਐਂ ਦੱਸੋ, ਜੇ ਇਹਨਾਂ ਨੇ ਪੈਸਾ ਇੰਨਾ ਬਚਾਇਆ ਹੁੰਦਾ ਜਾਂ ਸੁਹਿਰਦ ਹੁੰਦੇ ਪੰਜਾਬੀਆਂ ਪ੍ਰਤੀ, ਹੁਣ ਤੱਕ ਜਿਹੜਾ ਮੂੰਗੀ ਦਾ ਇਹਨੇ MSP ਰੱਖੀ ਸੀ ਉਹਦਾ ਸਿਰਫ 15% ਮੂੰਗੀ ਹੈ ਜਿਹੜੀ MSP 'ਤੇ ਖਰੀਦੀ ਹੈ। ਬਾਕੀ ਮੂੰਗੀ ਜਿਹੜੀ ਹੈਗੀ ਹੈ ਉਹ 50% ਤੋਂ ਲੈ ਕੇ 75% ਤੱਕ ਦਾ ਮਸਾ ਰੇਟ ਮਿਲਿਆ ਲੋਕਾਂ ਨੂੰ,
ਠੀਕ ਹੈ ਨਾ। ਤਾਂ ਫਿਰ ਇਹ ਨਾਲ ਦੀ ਨਾਲ ਦਿੰਦੇ, ਡਿਵਰਸੀਫਿਕੇਸ਼ਨ ਵੱਲ ਨੂੰ ਸਮਾਂ ਲੋਕਾਂ ਦੇ ਹੌਸਲੇ ਵੱਧਦੇ ਵੀ ਠੀਕ ਹੈ ਜੀ ਅਸੀਂ ਮੂੰਗੀ ਬੀਜੀ ਸੀ, ਜੋ MSP ਸਰਕਾਰ ਨੇ ਦਿੱਤੀ ਸੀ ਉਹ ਅਨਾਉਂਸ ਕੀਤੀ ਸੀ, ਉਹ ਜੇ ਸਾਡਾ ਘੱਟ ਵਿਕਿਆ ਸਾਨੂੰ ਪੈਸੇ ਮਿਲ ਗਏ। MSP ਦਾ ਮਤਲਬ ਤਾਂ ਇਹ ਹੁੰਦਾ ਹੈ, ਇਹ ਨਹੀਂ ਹੁੰਦਾ ਵੀ ਤੁਹਾਡੀ ਫਸਲ ਮਾੜੀ ਸੀ ਇਸ ਕਰਕੇ ਘੱਟ ਰੇਟ 'ਤੇ ਜਾਂ ਕੋਈ ਹੋਰ ਹੈ। ਜੇ ਫਸਲ ਵਧੀਆ ਹੋਊ, ਰੇਟ ਵਧੀਆ ਹੋਊ ਤੇ ਫਿਰ ਸਰਕਾਰ ਦਾ ਵਿੱਚ ਕੀ ਰਹਿ ਜਾਂਦਾ ਹੈ। ਅਸੀਂ ਉਹੀ ਕੰਪਨਸੇਟ ਕਰਨਾ ਸੀ। ਨੰਬਰ 2 'ਤੇ 1500 ਰੁਪਏ ਪਰ ਏਕੜ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਅਸੀਂ ਜਿੱਥੇ ਪੈਡੀ ਦੀ ਡਾਇਰੈਕਟ ਸੀਡਿੰਗ ਹੋਊਗੀ ਅਸੀਂ ਉਹਨਾਂ ਕਿਸਾਨਾਂ ਨੂੰ ਦੇਵਾਂਗੇ। ਉਹ ਤਾਂ ਪੈਡੀ ਆਉਣ ਤੋਂ ਪਹਿਲਾਂ ਹੀ ਦੇ ਦਿੰਦੇ, ਡਾਇਰੈਕਟ ਸੀਡਿੰਗ ਤਾਂ ਉਹਦੀ ਪਤਾ ਲੱਗ ਗਈ ਸੀ ਮਹੀਨੇ ਦੇ ਵਿੱਚ ਵੀ ਕਿੱਥੇ ਡਾਇਰੈਕਟ ਸੀਡਿੰਗ ਹੋਈ ਹੈ, ਉਹਦੀ ਦੇ ਦਿੰਦੇ ਤਾਂ ਆਪਾਂ ਨੂੰ ਇਹ ਲੱਗਦਾ ਵੀ ਹਾਂ ਵਾਕਈ ਸਰਕਾਰ ਸੁਹਿਰਦ ਹੈ ਅਤੇ ਪਾਣੀ ਪੰਜਾਬ ਦਾ ਪਾਣੀ ਵੀ ਬਚਾਉਣਾ ਚਾਹੁੰਦੀ ਹੈ, ਖਰਚਾ ਵੀ ਬਚਾਉਣਾ ਚਾਹੁੰਦੀ ਹੈ ਅਤੇ ਕਿਸਾਨ ਨੂੰ ਪੈਰਾਂ ਸਿਰ ਖੜਾ ਵੀ ਕਰਨਾ ਚਾਹੁੰਦੀ ਹੈ। ਫਿਰ ਮੂੰਗੀ ਦੀ ਵੀ ਜਿਹੜੇ MSP ਤੋਂ ਘੱਟ ਵਿਕੀ ਸੀ ਉਹ ਵੀ ਦੇਣਾ ਚਾਹੀਦਾ ਸੀ, ਅਤੇ ਜਿਹੜਾ 1500 ਰੁਪਏ ਪਰ ਏਕੜ ਡਾਇਰੈਕਟ ਸੀਡਿੰਗ ਵਾਸਤੇ ਰੱਖਿਆ ਸੀ ਉਹ ਵੀ ਦੇਣਾ ਬਣਦਾ ਸੀ। ਜਿਹੜਾ ਕੋਈ ਕਿਸੇ ਦੀਆਂ ਕੋਈ ਹੋਰ ਮੁਆਵਜ਼ੇ ਹੈਗੇ ਨੇ ਜਾਂ ਪੰਜਾਬ ਦੇ ਲੋਕਾਂ ਨੂੰ ਕੁਛ ਦੇਣਾ ਬਣਦਾ ਸੀ। ਹੁਣ ਜਿਵੇਂ ਇਹਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਤੋਂ ਬਚਾਉਣ ਲਈ ਉਹ 'ਤੇ ਵੀ ਖਰਚ ਕਰਨੇ ਚਾਹੀਦੇ ਸੀ, ਠੀਕ ਹੈ ਨਾ। ਤਾਂ ਐਜੂਕੇਸ਼ਨ 'ਤੇ ਖਰਚ ਕਰਨਾ ਚਾਹੀਦਾ ਸੀ। ਤਾਂ ਇਹ ਦੱਸ ਕੇ ਵੀ ਅਸੀਂ ਬਜਟ ਦੇ ਵਿੱਚ ਇੰਨੀ ਪ੍ਰੋਵੀਜ਼ਨ ਰੱਖ ਲਈ, ਉਹਦੇ ਨਾਲ ਤਾਂ ਕੋਈ ਫਾਇਦਾ ਨਹੀਂ ਹੁੰਦਾ। ਜੇ ਆਪਾਂ ਕਿਸੇ ਨੂੰ ਕਹੀਏ ਵੀ ਠੀਕ ਹੈ ਜੀ ਤੁਹਾਡੇ ਘਰ ਅਸੀਂ ਜੀ 100 ਕਿਲੋ ਆਟਾ ਦੇ ਕੇ ਜਾਵਾਂਗੇ ਜੀ, ਉਹ ਦੇਣ ਗਏ ਨਹੀਂ ਅਸੀਂ, ਅਤੇ ਉਹਦੇ ਨਾਲ ਤਾਂ ਰੋਟੀ ਪੱਕਣੀ ਕਹਿਣ ਨਾਲ। ਜਿਹੜਾ ਇਹਨਾਂ ਨੇ ਆ ਕੇ ਕੀਤਾ ਹੈ, ਕੁਛ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਖਜ਼ਾਨੇ 'ਤੇ ਬੋਝ ਪਾਇਆ। ਜਿਵੇਂ ਪਹਿਲਾਂ ਕਣਕ ਦਿੰਦੀ ਸੀ ਸਰਕਾਰ ਫਰੀ 2 ਰੁਪਏ ਕਿਲੋ, 2 ਰੁਪਏ ਕਿਲੋ ਭਰਾਉਂਦੇ ਸੀ, ਕਣਕ ਦੇ ਦਿੰਦੇ ਸੀ 5 ਰੁਪਏ ਕਿਲੋ ਪਰ ਹੈੱਡ, ਹੈ ਨਾ। ਉਹ 2 ਮਹੀਨਿਆਂ ਦੀ ਕਈ ਵਾਰੀ ਇਕੱਠੀ ਮਿਲ ਜਾਂਦੀ, ਕਈ ਵਾਰੀ 3 ਮਹੀਨਿਆਂ ਦੀ ਇਕੱਠੀ ਮਿਲ ਜਾਂਦੀ ਸੀ। ਪਰ ਇਹ ਕਹਿੰਦੇ ਅਸੀਂ ਆਟਾ ਦੇਵਾਂਗੇ ਜੀ ਪੈਕਿੰਗ ਕਰਕੇ। ਤਾਂ ਫਿਰ ਇਹ ਜਦੋਂ ਕਿ ਲੋਕਾਂ ਦੀ ਡਿਮਾਂਡ ਵੀ ਨਹੀਂ ਸੀ, ਲੋਕ ਉਦੋਂ ਬਾਅਦ ਵੀ ਇਸ ਚੀਜ਼ ਨੂੰ ਕੰਡੈਮ ਕਰਦੇ ਰਹੇ ਨੇ ਵੀ ਨਹੀਂ ਜੀ ਸਾਨੂੰ ਆਟਾ ਨਹੀਂ ਚਾਹੀਦਾ, ਸਾਨੂੰ ਤਾਂ ਕਣਕ ਹੀ ਦੇ ਦਿਓ। ਤਾਂ ਫਿਰ ਜਾ ਕੇ ਹਾਈ ਕੋਰਟ 'ਚ PL ਗਈ ਅਤੇ ਹਾਈ ਕੋਰਟ ਨੇ ਜਾਣੀ ਸਟੇ ਕੀਤੀ ਹੈ। ਤਾਂ ਫਿਰ ਉਹਦੇ ਵਿੱਚ ਕੋਈ ਤਾਂ ਕਾਰਨ ਹੈਗੇ ਆ ਨਾ। ਉਹ 550-600 ਕਰੋੜ ਰੁਪਈਆ ਉਹੀ ਪੰਜਾਬ ਦੇ ਕਿਸੇ ਹੋਰ ਕੰਮ ਲਈ ਲਾ ਦਿੰਦੇ। ਜ਼ਰੂਰੀ ਹੈ ਵੀ ਜਿਹੜੀ ਕੋਈ ਚੀਜ਼ ਮੰਗਦਾ ਹੀ ਨਹੀਂ, ਬੰਦਾ ਕਹਿੰਦਾ ਵੀ ਠੀਕ ਹੈ ਜੀ ਮੈਂ ਸਾਨੂੰ ਕਣਕ ਦੇ ਦਿਓ, ਅਸੀਂ ਆਪਦੀ ਮਰਜ਼ੀ ਨਾਲ ਸਾਫ਼ ਸੁਥਰੀ ਕਰਕੇ ਆਪਦੇ ਸਾਹਮਣੇ ਇਹਦੀ ਪਸਾਈ ਕਰਾ ਲਾਂਗੇ, ਆਪਦੇ ਘਰੇ ਸਾਫ਼ ਆਟੇ ਨਾਲ ਰੋਟੀ ਬਣਾ ਲਾਂਗੇ। ਹੁਣ ਜਦੋਂ ਥੈਲੀ 'ਚ ਪਾ ਕੇ ਦਿਓਗੇ ਤਾਂ ਉਹ ਕੁਆਲਿਟੀ ਕੌਣ ਅਸ਼ੋਰ ਕਰੂਗਾ ਵੀ ਇਸ ਤਰ੍ਹਾਂ ਕਰਕੇ ਜੀ ਇਹ ਕਣਕ ਵਧੀਆ ਕਿਸਮ ਦੀ ਆਟਾ ਦੇ ਰਹੇ ਤੁਹਾਨੂੰ। ਕਾਰਨ ਇਹ ਸੀ ਪਿੱਛੇ ਮਨਸ਼ਾ ਵੀ ਅਸੀਂ ਕਿਸੇ ਦਿੱਲੀ ਦੀ ਫਰਮ ਤੋਂ ਹੀ ਉਹਦਾ ਪਿਹਾਵਾਂਗੇ ਕਣਕ ਨੂੰ, ਆਟਾ ਬਣਾਵਾਂਗੇ ਉਹਦਾ, ਉੱਥੇ ਪੈਕਿੰਗ ਕਰਾ ਲਾਂਗੇ, ਠੀਕ ਹੈ। ਉੱਥੋਂ ਪੈਕਿੰਗ ਕਰਕੇ ਆਊਗੀ, ਲੋਡਿੰਗ ਅਨਲੋਡਿੰਗ ਕਿਸੇ ਇੱਕ ਬੰਦੇ ਨੂੰ ਇਜਾਰੇਦਾਰੀ ਦੇ ਦਿਆਂਗੇ, ਆ ਜਿਵੇਂ ਸ਼ਰਾਬ ਦੇ ਠੇਕੇ ਦਿੱਤੇ ਇਹਨਾਂ ਨੇ, ਠੀਕ ਹੈ ਨਾ। ਪਿੱਛੇ ਮਨਸ਼ਾ ਤਾਂ ਇਹ ਸੀ ਵੀ ਉਹ 500-600 ਕਰੋੜ ਰੁਪਏ 'ਚੋਂ ਅਸੀਂ ਦਿੱਲੀ ਵਾਲਿਆਂ ਨੇ ਕੀ ਖਾਣਾ, ਕਿਹਨੇ ਕੀ ਖਾਣਾ, ਹਿੱਸੇ ਪੈ ਗਏ। ਹੋਰ ਕੋਈ ਪੰਜਾਬ ਦੇ ਲੋਕਾਂ ਦਾ ਥੋੜ੍ਹਾ ਫਾਇਦਾ ਸੋਚਿਆ ਸੀ। ਪੰਜਾਬ ਦੇ ਲੋਕ ਤਾਂ ਕਹਿੰਦੇ ਸਾਨੂੰ ਕਣਕ ਦੇ ਦਿਓ। ਹਾਂ ਜੇ ਫਾਇਦਾ ਸੋਚਦੇ, ਇਹ ਕਹਿੰਦੇ ਵੀ ਉਹ 5 ਕਿਲੋ ਦਿੰਦੀ ਸੀ ਸਰਕਾਰ, ਲਓ ਜੀ ਅਸੀਂ 6 ਕਿਲੋ ਦੇ ਦਿਆਂਗੇ, ਫਿਰ ਤਾਂ ਆਪਾਂ ਕਹਿੰਦੇ ਵਾਕਈ ਲੋਕ ਹਿੱਤ 'ਚ ਫੈਸਲਾ ਕੀਤਾ। ਭਗਵੰਤ ਮਾਨ ਦੀ ਬੱਲੇ ਬੱਲੇ ਹੁੰਦੀ, ਸਰਕਾਰ ਦੀ ਬੱਲੇ ਬੱਲੇ ਹੁੰਦੀ, ਈਵਨ ਕੇਜਰੀਵਾਲ ਦੀ ਵੀ ਬੱਲੇ ਬੱਲੇ ਹੁੰਦੀ, ਕਿਉਂਕਿ ਪਾਰਟੀ ਦੇ ਉਹ ਪੰਜਾਬ ਦੇ ਆਪਦੇ ਆਪ ਨੂੰ ਕਾਗਜ਼ਾਂ ਸੁਪਰੀਮੋ ਵੀ ਦੱਸੀ ਜਾਂਦੇ ਨੇ ਕਿ Z+ ਸਿਕਿਉਰਿਟੀ ਲੈਣ ਲਈ। ਅਤੇ ਦੂਜੇ ਪਾਸੇ ਜਾਣੀ ਉਹਨਾਂ ਨੇ ਰਾਘਵ ਚੱਡੇ ਨੂੰ ਵੀ ਇੱਥੇ ਬਿਠਾਇਆ ਹੈ, ਉਹਨੂੰ ਵੀ ਸਿਕਿਉਰਿਟੀ ਵੀ ਦਿੱਤੀ ਹੈ, ਕੋਠੀ ਵੀ ਅਲਾਟ ਕੀਤੀ ਹੈ, ਸਾਰਾ ਕੁਛ ਕੀਤਾ ਹੈ, ਠੀਕ ਹੈ। ਇਹ ਜਿਹੜੀਆਂ ਚੀਜ਼ਾਂ ਨੇ ਜੇ ਉਹ ਲੱਖ ਮਰਜ਼ੀ ਪੋਸਟਰ ਲਾਈ ਜਾਣ, ਪੋਸਟ ਲਾਏ ਤੋਂ ਇਹ ਨਹੀਂ ਸਮਝੋ ਇਹ ਵੀ ਜੋ ਲੋਕ ਇਹ ਕਹੀ ਜਾਂਦੇ ਨੇ ਉਹੀ ਮੰਨੀ ਜਾਣਗੇ। ਉਹਨਾਂ ਨੂੰ ਸਭ ਨੂੰ ਪਤਾ ਹੈ ਵੀ ਅੰਦਰ ਖਾਤੇ ਕੀ ਹੋ ਰਿਹਾ ਹੈ। ਇਹ 600 ਕਰੋੜ ਰੁਪਈਆ ਜਿਹੜਾ ਕਣਕ ਦੀ ਜਗ੍ਹਾ 'ਤੇ ਆਟਾ ਵੰਡਣਾ ਸੀ, ਉਹ ਲੋਕਾਂ ਨੂੰ ਇੱਕ ਸਧਾਰਨ ਬੰਦੇ ਨੂੰ ਵੀ ਪਤਾ ਹੈ ਵੀ ਕਿਉਂ ਵੰਡਣੇ ਚਾਹੁੰਦੇ ਨੇ, ਕਿਉਂਕਿ ਉਹਦੇ ਵਿੱਚ ਇਹ ਹੈ ਵੀ ਅਸੀਂ ਕਣਕ ਦੀ ਬਜਾਏ ਕੋਈ ਚੌਲਾਂ ਦੀ ਕਿਣਕੀ ਕੁਣਕੀ ਮਿਲਾ ਦਿਆਂਗੇ, ਕਣਕ ਦੀ ਜਿਹੜੀ ਆਹ ਮਾੜੀ ਮੋਟੀ ਮਾੜੀ ਕਣਕ ਹੈ ਵਿੱਚ ਉਹ ਮਿਕਸ ਕਰ ਦਿਆਂਗੇ, ਉਹ ਫਲੋਰ ਮਿੱਲ ਵਾਲੇ ਨਾਲ ਟਾਈ ਅਪ ਕਰ ਲਾਂਗੇ ਵੀ ਇੱਥੇ ਇਕੱਠੀ ਅਸੀਂ ਤੁਹਾਨੂੰ ਜੀ ਫਲੋਰਿੰਗ ਦਾ ਦੇਵਾਂਗੇ ਆਰਡਰ, ਅਤੇ ਸਾਨੂੰ ਦੱਸੋ ਕੀ ਕਮਿਸ਼ਨ ਦਿਓਗੇ। ਜਿਵੇਂ ਇਹਨਾਂ ਦੇ ਪਹਿਲਾਂ ਮੰਤਰੀਆਂ ਨੇ ਕੀਤਾ, ਉੱਥੇ ਵੀ ਹੋਈ ਜਾਂਦਾ, ਇਹਨਾਂ ਦੇ 2 ਮੰਤਰੀ ਉੱਥੇ ਫੜੇ ਨੇ। ਅਤੇ ਸਭ ਤੋਂ ਵੱਡੀ ਬੇਈਮਾਨੀ ਨਾ ਜੀ ਇਹ ਨਹੀਂ ਹੁੰਦੀ ਇਕੱਲੀ ਪੈਸੇ ਦੀ ਕਰਪਸ਼ਨ ਹੁੰਦੀ ਹੈ, ਜਿਹੜੀ ਤੁਹਾਡੀ ਮੈਂਟਲ ਲੈਵਲ 'ਤੇ ਤੁਸੀਂ ਕੀ ਗੱਲਾਂ ਕਰਦੇ ਹੋ ਲੋਕਾਂ ਨਾਲ, ਉਹ ਵੀ ਮੈਟਰ ਕਰਦੀਆਂ ਨੇ। ਇਹ ਤਾਂ ਸਰਕਾਰ ਕਹਿੰਦੀ ਕਿ ਅਸੀਂ ਕਰਪਸ਼ਨ ਮੁਕਤ ਸਰਕਾਰ ਆ। ਕਹਿੰਦੇ ਜੇਕਰ ਅਸੀਂ ਆਪਣੇ ਮੰਤਰੀਆਂ ਨੂੰ ਅੰਦਰ ਦੇ ਸਕਦੇ ਹਾਂ ਤੇ ਦੂਜਿਆਂ ਵਾਸਤੇ ਕਰਪਸ਼ਨ ਕਿਵੇਂ ਜਰ ਲਾਂਗੇ। ਦੂਜੀ ਪਾਰਟੀਆਂ ਦੇ ਮੰਤਰੀਆਂ ਨੂੰ ਜਿਹੜਾ ਲਗਾਤਾਰ ਫੜ ਰਹੇ ਨੇ ਕਰਪਸ਼ਨ ਨੂੰ ਲੈ ਕੇ, ਤੁਸੀਂ ਕਹਿ ਰਹੇ ਹੋ ਕਿ ਕਰਪਸ਼ਨ ਸਿਰਫ ਇੱਕ ਤਰਫਾ ਨਹੀਂ ਹੁੰਦੀ, ਕਰਪਸ਼ਨ ਹੋਰ ਬੜੇ ਤਰੀਕੇ ਨਾਲ ਹੁੰਦੀ ਹੈ ਇੱਥੇ। ਬਿਲਕੁਲ, ਇਹ ਤਰੀਕਾ ਮੈਂ ਤੁਹਾਨੂੰ ਆ ਜਿਹੜਾ ਕਣਕ ਦੀ ਥਾਂ ਆਟਾ ਦੇਣਾ ਸੀ ਇਹ ਵੀ ਦੱਸ ਹੀ ਦਿੱਤਾ। ਦੂਜੇ ਪਾਸੇ ਜਿਹੜਾ ਇਹ ਫਲੈਕਸਾਂ ਲਵਾ ਐਡੇ ਐਡੇ ਬੋਰਡ ਲਵਾ ਕੇ ਪੰਜਾਬ ਦੇ ਖਜ਼ਾਨੇ 'ਚੋਂ ਪੰਜਾਬ ਦਾ ਖਜ਼ਾਨਾ ਲੁਟਾਇਆ ਜਾ ਰਿਹਾ ਹੈ, ਇਹ ਕਰਪਸ਼ਨ ਨਹੀਂ ਹੈ।
ਜੇ ਤੁਸੀਂ 100 ਬੰਦਾ ਭਰਤੀ ਕਰ ਲਿਆ, ਆਪਦਾ ਮੀਡੀਆ ਕਾਰਪੋਰੇਸ਼ਨ ਜਿਹੜੀ ਬਣਾਈ ਹੈ ਪੰਜਾਬ ਸਰਕਾਰ ਨੇ, ਉਹਦੇ ਸਾਰੇ ਤੁਸੀਂ ਬਾਹਰ ਨਹੀਂ ਲਿਆ ਕੇ ਬੰਦੇ ਬਿਠਾ ਲਏ, ਪੈਸਾ ਤੁਸੀਂ ਉਹਨੂੰ ਦੇ ਰਹੇ ਹੋ, ਪੈਸਾ ਪੰਜਾਬ ਦਾ ਹੈ, ਬਾਹਰਲਿਆਂ ਨੂੰ ਦੇ ਰਹੇ ਹੋ, ਤਾਂ ਤੁਹਾਡਾ ਕਿਹੜਾ ਮੀਡੀਆ ਨੇ ਕੰਮ ਨਹੀਂ ਕੀਤਾ ਵਿਚਾਰਿਆਂ ਨੇ, ਜਿਹਨਾਂ ਨੇ ਦਰੀਆਂ ਝਾੜੀਆਂ ਉੱਥੇ ਇਹਨਾਂ ਦੇ ਕੰਮ ਕਰਾਏ, ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਸਮਝਾਉਂਦੇ ਰਹੇ ਵੀ ਅਸੀਂ ਆਹ ਸਰਕਾਰ ਲੈ ਕੇ ਆਉਣੀ ਹੈ, ਕਿਵੇਂ ਲੈ ਕੇ ਆਉਣੀ, ਸਾਡਾ ਮਿਸ਼ਨ ਕੀ ਹੈ, ਠੀਕ ਹੈ ਨਾ। ਤਾਂ ਕੀ ਉਹਨੂੰ ਇਗਨੋਰ ਕਰਨਾ ਇਹ ਉਹਨਾਂ ਦੀ ਇਨਸਲਟ ਨਹੀਂ ਹੈ? ਬਿਲਕੁਲ। ਇੱਕ ਚੀਜ਼ ਆਖਿਰ ਦੇ ਵਿੱਚ ਜਾਣਨਾ ਚਾਹਾਂਗੇ ਤੁਹਾਡੇ ਤੋਂ ਕਿ ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ ਡੈਫਾਮੇਸ਼ਨ ਦੇ ਕੇਸ ਤੋਂ ਲੈ ਕੇ, ਹੁਣ ਅੱਗੇ ਦੀ ਤੁਹਾਡੀ ਰਣਨੀਤੀ ਕੀ ਰਹੇਗੀ, ਕੀ ਸਟ੍ਰੈਟਜੀ ਰਹੇਗੀ, ਕੀ ਰੁਖ ਤੁਸੀਂ ਅਪਣਾਓਗੇ ਹੁਣ ਇਸ ਕੇਸ ਦੇ ਉੱਤੇ? ਇਸ ਕੇਸ 'ਤੇ ਬੀਬਾ ਮੇਰਾ ਤਾਂ ਨਾ ਜਿਹੜੀ ਗੱਲ ਹੈਗੀ ਹੈ, ਜਿਵੇਂ ਮੇਰੇ 'ਤੇ ਐਲੀਗੇਸ਼ਨ ਲਾਇਆ, ਮੈਂ ਇਹਨਾਂ ਨੂੰ ਅਖਬਾਰ ਦੇ ਵਿੱਚ ਨਿਊਜ਼ ਦੇ ਕੇ ਕਿਹਾ ਵੀ ਤੁਸੀਂ ਸਰਾਸਰ ਝੂਠ ਬੋਲਿਆ, ਤੁਸੀਂ ਜਾਂ ਤਾਂ ਇਹਦੀ ਮਾਫੀ ਮੰਗੋ, ਨਹੀਂ ਮੈਂ ਫਿਰ ਮਾਨਹਾਨੀ ਦਾ ਕੇਸ ਕਰੂੰਗਾ। ਇਹਨਾਂ ਨੇ ਨਹੀਂ ਮੰਗੀ, ਮੈਂ ਮਾਨਹਾਨੀ ਦਾ ਕੇਸ ਕਰਤਾ ਹੈ, ਅਤੇ ਹੁਣ ਕੋਰਟ ਡਿਸਾਈਡ ਕਰੇਗੀ ਵੀ ਕੀ ਹੋਣਾ ਚਾਹੀਦਾ, ਠੀਕ ਹੈ ਨਾ ਜੀ। ਕਿਉਂ ਆਫਟਰ ਆਲ ਕਾਨੂੰਨ ਵੀ ਤਾਂ ਕੋਈ ਚੀਜ਼ ਹੈ ਨਾ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਵੀ ਆਪਾਂ ਇਨਸਾਫ ਦੀ ਮੰਗ ਕਰ ਰਹੇ ਹਾਂ, ਕਿਉਂਕਿ ਜੇ ਮੈਂ ਡੈਫਾਮੇਸ਼ਨ ਨਾ ਕਰਦਾ ਲੋਕਾਂ ਨੇ ਕਹਿਣਾ ਵੀ ਤਾਂ ਹੀ ਚੁੱਪ ਕਰ ਗਿਆ, ਤੂੰ ਪੈਸੇ ਲਏ ਹੋਣਗੇ। ਅਸੀਂ ਸਿੱਧੇ ਤੌਰ ਤੇ ਨਾਜ਼ਰ ਸਿੰਘ ਮਾਨਸ਼ਾਹੀਆ ਸਾਹਿਬ ਦੇ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਸਵਾਲ ਚੁੱਕੇ ਨੇ ਕਿ ਜਿੱਥੇ ਜਾ ਕੇ ਭਗਤ ਸਿੰਘ ਨੂੰ ਕੰਪੇਅਰ ਕੀਤਾ ਜਾ ਰਿਹਾ, ਕਿਹਦੇ ਨਾਲ ਕੀਤਾ ਜਾ ਰਿਹਾ, ਕਿਉਂ ਕੀਤਾ ਜਾ ਰਿਹਾ ਆ, ਇਹਦਾ ਜਵਾਬ ਦਿੱਤਾ ਜਾਵੇ। ਪੰਜਾਬ ਦੇ ਵਿੱਚ ਤਸਵੀਰਾਂ ਲਗਾਈਆਂ ਜਾ ਰਹੀਆਂ ਨੇ, ਲੇਕਿਨ ਜਿਸ ਵਕਤ ਡੀਫੇਮ ਕਰਨ ਦੀ ਗੱਲ ਆਉਂਦੀ ਹੈ ਤੇ ਕਰਪਟ ਲੋਕਾਂ ਦੇ ਨਾਲ ਕੰਪੈਰੀਜ਼ਨ ਕੀਤੇ ਜਾਂਦੇ ਨੇ, ਜਵਾਬ ਜਿਹੜਾ ਆ ਮੰਗਿਆ ਗਿਆ ਆ ਮੁੱਖ ਮੰਤਰੀ ਤੋਂ। ਲੇਕਿਨ ਹੁਣ ਕੀ ਅੱਗੇ ਦਾ ਰੁਖ ਰਹਿੰਦਾ ਹੈ ਮੁੱਖ ਮੰਤਰੀ ਦਾ, ਉਹ ਦੇਖਣਾ ਹਜੇ ਬਾਕੀ ਹੋਏਗਾ। ਲੇਕਿਨ ਇਹ ਚੀਜ਼ਾਂ ਜਿਹੜੀਆਂ ਨੇ, ਇਹਦੇ ਉੱਤੇ ਸਵਾਲ ਹਰ ਵਿਰੋਧੀ ਧਿਰ ਨੇ ਵੀ ਚੁੱਕੇ ਨੇ, ਪੰਜਾਬ ਦੇ ਲੋਕਾਂ ਨੇ ਵੀ ਚੁੱਕੇ ਨੇ। ਕੈਮਰਾਮੈਨ ਅਮਨ ਦੇ ਨਾਲ ਅਨੂਜਾ ਸ਼ਰਮਾ, ਗਲੋਬਲ ਪੰਜਾਬ ਟੀਵੀ, ਮੋਹਾਲੀ।